ਹੈਲੋ एवरीवन ਵੈਲਕਮ ਟੂ ਪੀਵੀਐਸ ਕਲਾਸਿਸ। ਅੱਜ ਆਪਾਂ PSSB ਕਲਰਕ ਦੇ ਐਗਜ਼ਾਮ ਦੇ ਲਈ ਪੰਜਾਬ ਜੀਕੇ ਦੀ ਰਿਵੀਜ਼ਨ ਕਰਾਂਗੇ। ਠੀਕ ਹੈ, ਤਾਂ ਆਪਾਂ ਅੱਜ ਕਰ ਰਹੇ ਹਾਂ ਸਿੱਖ ਧਰਮ ਬਾਰੇ ਪੜਾਂਗੇ। ਤਾਂ ਜੋ ਵੀ ਸਾਰੇ ਗੁਰੂਆਂ ਨੇ ਇੰਪੋਰਟੈਂਟ ਕੰਮ ਕੀਤੇ ਸੀ, ਕੋਈ ਪ੍ਰਥਾਵਾਂ ਚਲਾਈਆਂ ਸੀ ਜਾਂ ਸ਼ਹਿਰ ਵਸਾਏ ਸੀ, ਉਹਨਾਂ ਸਾਰੀਆਂ ਚੀਜ਼ਾਂ ਬਾਰੇ ਆਪਾਂ ਇੱਕ ਵਾਰੀ ਰਿਵੀਜ਼ਨ ਕਰਾਂਗੇ। ਠੀਕ ਹੈ, ਤੇ ਆਪਣੀ ਜਿਹੜੀ ਕਲਾਸ ਹੈ ਕਾਫੀ ਦਿਨਾਂ ਤੋਂ ਚੱਲ ਰਹੀ ਹੈ PSSB ਕਲਰਕ ਦੇ ਐਗਜ਼ਾਮ ਦੇ ਲਈ, ਤੇ ਅੱਗੇ ਵੀ ਇਹ ਕਲਾਸ ਕੰਟੀਨਿਊ ਰਹੂਗੀ, ਸੋ ਤੁਸੀਂ ਦੇਖਣੀ ਜ਼ਰੂਰ ਹੈ। ਤਾਂ ਆਪਾਂ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਸਿੱਖਾਂ ਦੇ ਪਹਿਲੇ ਗੁਰੂ ਗੁਰੂ ਨਾਨਕ ਦੇਵ ਜੀ ਬਾਰੇ। ਠੀਕ ਹੈ, ਤਾਂ ਇਹਨਾਂ ਦਾ ਜਨਮ ਕਦੋਂ ਹੋਇਆ ਸੀ? ਤਾਂ ਦੇਖੋ, ਸਭ ਤੋਂ ਪਹਿਲਾਂ ਆਪਾਂ ਪੜ੍ਹ ਰਹੇ ਹਾਂ ਗੁਰੂ ਨਾਨਕ ਦੇਵ ਜੀ ਬਾਰੇ। ਠੀਕ ਹੈ, ਤਾਂ ਇਹ ਕਿਸੇ ਸਿੱਖਾਂ ਦੇ ਪਹਿਲੇ ਗੁਰੂ ਸੀ। ਤੁਸੀਂ ਨਾਲ ਦੀ ਨਾਲ ਗੈਸ ਕਰਨ ਦੀ ਕੋਸ਼ਿਸ਼ ਕਰਨੀ ਕਿ ਇਹਨਾਂ ਦਾ ਜਨਮ ਕਿੱਥੇ ਹੋਇਆ ਸੀ। ਠੀਕ ਹੈ, ਬੋਲ ਕੇ ਤੁਹਾਨੂੰ ਕੁਛ ਨਹੀਂ ਪੁੱਛ ਰਹੀ, ਨਹੀਂ ਤਾਂ ਆਪਣੇ ਮਾਈਂਡ ਦੇ ਵਿੱਚ ਥੋੜਾ ਸੋਚਣ ਦੀ ਕੋਸ਼ਿਸ਼ ਕਰਿਆ ਕਿ ਤੁਸੀਂ ਕੀ ਪੜ੍ਹਿਆ ਸੀ, ਇਹਨਾਂ ਦਾ ਜਨਮ ਕਿੱਥੇ ਹੋਇਆ, ਕਦੋਂ ਹੋਇਆ ਸੀ? 1469 ਈਸਵੀ ਦੇ ਵਿੱਚ। ਠੀਕ ਹੈ, 1469 ਈਸਵੀ ਦੇ ਵਿੱਚ ਜਨਮ ਹੋਇਆ ਸੀ। ਕਿੱਥੇ? ਨਨਕਾਣਾ ਸਾਹਿਬ। ਠੀਕ ਹੈ, ਰਾਏ ਭੋਏ ਦੀ ਤਲਵੰਡੀ ਨਨਕਾਣਾ ਸਾਹਿਬ, ਪਾਕਿਸਤਾਨ। ਠੀਕ ਹੈ, ਤੇ ਇਹਨਾਂ ਦੀ ਮਦਰ ਦਾ ਨੇਮ ਕੀ ਸੀਗਾ? ਮਾਤਾ ਦਾ ਨਾਮ ਗੈਸ ਕਰਨਾ ਹੈ, ਮਦਰ ਨੇਮ ਤੇ ਫਾਦਰ ਨੇਮ। ਠੀਕ ਹੈ, ਕਮੈਂਟ ਕਰਨ ਦੀ ਕੋਸ਼ਿਸ਼ ਕਰਿਓ ਨਾਲ ਦੀ ਨਾਲ ਕਿ ਮਦਰ ਨੇਮ ਕੀ ਸੀ ਤੇ ਫਾਦਰ ਨੇਮ ਕੀ ਸੀ। ਤਾਂ ਇਹਨਾਂ ਦੀ ਮਾਤਾ ਦਾ ਨਾਮ ਸੀਗਾ ਤ੍ਰਿਪਤਾ ਜੀ। ਠੀਕ ਹੈ, ਤ੍ਰਿਪਤਾ ਜੀ, ਤੇ ਫਾਦਰ ਦਾ ਨਾਮ ਕੀ ਸੀਗਾ? ਮਹਿਤਾ ਕਾਲੂ ਜੀ। ਇਸ ਤੋਂ ਇਲਾਵਾ ਇਹਨਾਂ ਬਾਰੇ ਹੋਰ ਇੰਪੋਰਟੈਂਟ ਇਨਫੋਰਮੇਸ਼ਨ ਕੀ ਹੈ ਕਿ ਇਹਨਾਂ ਨੇ ਸਭ ਤੋਂ ਪਹਿਲੀ ਇਹਨਾਂ ਨੇ ਬਾਣੀ ਦੀ ਰਚਨਾ ਕੀਤੀ ਸੀਗੀ ਜਪਜੀ ਸਾਹਿਬ। ਧਿਆਨ ਨਾਲ ਸੁਣੋ, ਜਪਜੀ ਸਾਹਿਬ, ਆਸਾ ਦੀ ਵਾਰ, ਓਂਕਾਰ, ਸਿੱਧ ਗੋਸ਼ਟ ਤੇ 12ਵਾਂ। ਠੀਕ ਹੈ, ਇਹ ਵੈਰੀ ਇੰਪੋਰਟੈਂਟ ਨੇ, ਯਾਦ ਰੱਖਣੀਆਂ ਨੇ। ਜਪਜੀ ਸਾਹਿਬ, ਆਸਾ ਦੀ ਵਾਰ ਬਹੁਤ ਵਾਰੀ ਪੁੱਛਿਆ ਹੋਇਆ ਵਾ। ਆਸਾ ਦੀ ਵਾਰ ਦੀ ਰਚਨਾ ਕਿਹਨੇ ਕੀਤੀ? ਗੁਰੂ ਨਾਨਕ ਦੇਵ ਜੀ ਨੇ। ਓਂਕਾਰ, ਸਿੱਧ ਗੋਸ਼ਟ ਤੇ 12ਵਾਂ। ਠੀਕ ਹੈ, ਇਹਨਾਂ ਨੂੰ ਗਿਆਨ ਦੀ ਪ੍ਰਾਪਤੀ ਹੋਈ ਸੀਗੀ ਵੇਈ ਨਦੀ ਦੇ ਕਿਨਾਰੇ। ਇਸ ਤੋਂ ਇਲਾਵਾ ਇਹਨਾਂ ਨੇ ਕਿਹੜਾ ਸ਼ਹਿਰ ਵਸਾਇਆ ਸੀ? ਠੀਕ ਹੈ, ਤਾਂ ਯਾਦ ਰੱਖਣਾ ਕਰਤਾਰਪੁਰ ਸ਼ਹਿਰ ਵਸਾਇਆ ਸੀਗਾ। ਕਿੱਥੇ? ਪਾਕਿਸਤਾਨ ਦੇ ਵਿੱਚ ਆ ਇਹ। ਠੀਕ ਹੈ, ਕਿੱਥੇ? ਪਾਕਿਸਤਾਨ 'ਚ ਆ, ਪਾਕਿਸਤਾਨ। ਠੀਕ ਹੈ, ਪਾਕਿਸਤਾਨ ਦੇ ਵਿੱਚ ਕਰਤਾਰਪੁਰ ਸ਼ਹਿਰ ਇਹਨਾਂ ਨੇ ਵਸਾਇਆ ਸੀਗਾ। ਇਸ ਤੋਂ ਇਲਾਵਾ ਤੁਸੀਂ ਯਾਦ ਰੱਖਣਾ ਕਿ ਇਹਨਾਂ ਦੇ ਸਮਕਾਲੀ ਰਾਜੇ ਕਿਹੜੇ ਸੀ। ਤਾਂ ਦੇਖੋ, ਇਹਨਾਂ ਦੇ ਸਮੇਂ ਵਿੱਚ ਹੀ ਬਾਬਰ ਨੇ ਭਾਰਤ ਤੇ ਹਮਲਾ ਕੀਤਾ ਸੀ। ਠੀਕ ਹੈ, ਤਾਂ ਇਹਨਾਂ ਦਾ ਸਮਕਾਲੀ ਰਾਜਾ ਕੌਣ ਸੀਗਾ? ਬਾਬਰ। ਠੀਕ ਹੈ, ਲਿਖਿਆ ਹੋਇਆ ਨਾ, ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦ ਨਾ ਆਇਆ। ਤਾਂ ਇਹ ਗੱਲ ਗੁਰੂ ਨਾਨਕ ਦੇਵ ਜੀ ਨੇ ਬਾਬਰ ਬਾਰੇ ਕਹੀ ਸੀ। ਤਾਂ ਇਹ ਬਾਬਰ ਦੇ ਸਮਕਾਲੀ ਸੀਗੇ। ਇਸ ਤੋਂ ਇਲਾਵਾ ਇਹ ਹੋ ਕਿਹਦੇ ਸਮਕਾਲੀ ਸੀਗੇ? ਸ਼ੇਰ ਸ਼ਾਹ ਸੂਰੀ ਦੇ, ਸੁਰ ਵੰਸ਼ ਵਾਲੇ ਸ਼ੇਰ ਸ਼ਾਹ ਸੂਰੀ ਦੇ। ਇਹ ਦੋਵੇਂ ਗੁਰੂ ਜੀ ਦੇ ਸਮਕਾਲੀ ਰਾਜੇ ਸੀਗੇ। ਤੇ ਇਹਨਾਂ ਦਾ ਇਹ ਜੋਤੀ ਜੋਤ ਵੀ ਕਿੱਥੇ ਸਮਾਈ ਸੀਗੇ? ਕਰਤਾਰਪੁਰ ਵਿਖੇ। ਠੀਕ ਹੈ, 1539 ਜਨਮ ਹੋਇਆ 1469 ਚ, ਤੇ ਜੋਤੀ ਜੋਤ ਕਦੋਂ ਸਮਾਈ ਸੀ? 1539 ਈਸਵੀ ਨੂੰ ਕਰਤਾਰਪੁਰ ਵਿਖੇ। ਇਹ ਗੁਰੂ ਨਾਨਕ ਦੇਵ ਜੀ ਬਾਰੇ ਬੇਸਿਕ ਇਨਫੋਰਮੇਸ਼ਨ ਸੀਗੀ। ਇਸ ਤੋਂ ਇਲਾਵਾ ਇਹਨਾਂ ਦੇ ਦੋ ਸੁਪੁੱਤਰ ਸੀਗੇ, ਉਹਨਾਂ ਦੇ ਨਾਮ ਵੀ ਯਾਦ ਰੱਖਣੇ ਆ। ਠੀਕ ਹੈ, ਸ਼੍ਰੀ ਚੰਦ ਤੇ ਲਖਮੀ ਦਾਸ। ਸ਼੍ਰੀ ਚੰਦ ਤੇ ਲਖਮੀ ਦਾਸ। ਰਾਈਟ, ਨੈਕਸਟ ਹੁਣ ਆਪਾਂ ਗੱਲ ਕਰਦੇ ਹਾਂ ਸਿੱਖਾਂ ਦੇ ਦੂਸਰੇ ਗੁਰੂ ਅੰਗਦ ਦੇਵ ਜੀ ਬਾਰੇ। ਠੀਕ ਹੈ, ਤਾਂ ਸਿੱਖਾਂ ਦੇ ਦੂਸਰੇ ਗੁਰੂ ਸੀਗੇ ਗੁਰੂ ਅੰਗਦ ਦੇਵ ਜੀ। ਅੰਗਦ ਦੇਵ ਜੀ ਇਹ ਸਿੱਖਾਂ ਦੇ ਦੂਸਰੇ ਗੁਰੂ ਸੀਗੇ। ਤੇ ਇਹਨਾਂ ਦਾ ਅਸਲੀ ਨਾਮ ਕੀ ਸੀਗਾ? ਪਹਿਲਾਂ ਇਹਨਾਂ ਦਾ ਨਾਮ ਕੀ ਸੀ? ਇਹ ਵੀ ਤੁਸੀਂ ਕਮੈਂਟ ਕਰਨਾ ਹੈ। ਠੀਕ ਹੈ, ਇਹਨਾਂ ਦਾ ਜਿਹੜਾ ਓਰੀਜਨਲ ਨੇਮ ਸੀਗਾ ਉਹ ਤੁਸੀਂ ਕਮੈਂਟ ਕਰਨਾ ਹੈ। ਤਾਂ ਇਹਨਾਂ ਦਾ ਓਰੀਜਨਲ ਨੇਮ ਕੀ ਸੀਗਾ? ਭਾਈ ਲਹਿਣਾ ਜੀ। ਠੀਕ ਹੈ, ਭਾਈ ਲਹਿਣਾ ਜੀ, ਇਹ ਇਹਨਾਂ ਦਾ ਓਰੀਜਨਲ ਨੇਮ ਸੀ। ਠੀਕ ਹੈ, ਇਹ ਗੁਰੂ ਨਾਨਕ ਦੇਵ ਜੀ ਨੂੰ ਕਰਤਾਰਪੁਰ ਵਿਖੇ ਮਿਲੇ ਸੀ। ਮਤਲਬ ਗੁਰੂ ਜੀ ਦੇ ਜੀਵਨ ਦੇ ਆਖਰੀ ਸਮੇਂ ਦੇ ਵਿੱਚ ਇਹਨਾਂ ਦੀ ਮੁਲਾਕਾਤ ਹੋਈ ਸੀ। ਠੀਕ ਹੈ, ਤੇ ਉੱਥੇ ਫਿਰ ਇਹਨਾਂ ਨੇ ਬਾਕੀ ਦਾ ਟਾਈਮ ਗੁਰੂ ਜੀ ਦੀ ਸੇਵਾ ਕੀਤੀ, ਉੱਥੇ ਹੀ ਰਹੇ। ਠੀਕ ਹੈ, ਤੇ ਇਹਨਾਂ ਦੇ ਜਿਹੜੇ ਮੁੱਖ ਕੰਮ, ਇਹਨਾਂ ਦਾ ਸਿੱਖ ਧਰਮ ਦੇ ਵਿੱਚ ਕੀ ਕੀ ਯੋਗਦਾਨ ਆ ਉਹ ਆਪਾਂ ਦੇਖਦੇ ਹਾਂ। ਤਾਂ ਇਹਨਾਂ ਨੇ ਕੀ ਕੀਤਾ? ਗੁਰਮੁਖੀ ਲਿਪੀ ਦੀ ਕਾਢ ਕੱਢੀ। ਇਹਨਾਂ ਨੇ ਗੁਰਮੁਖੀ ਲਿਪੀ ਦਿੱਤੀ, ਜਿਹਦੇ 'ਚ ਆਪਾਂ ਲਿਖ ਰਹੇ ਹਾਂ ਪੰਜਾਬੀ। ਠੀਕ ਹੈ, ਇਹ ਵਾਲੀ ਗੁਰਮੁਖੀ ਲਿਪੀ ਦੀ ਇਹਨਾਂ ਨੇ ਕਾਢ ਕੱਢੀ। ਇਸ ਤੋਂ ਇਲਾਵਾ ਇਹਨਾਂ ਨੇ ਮੱਲ ਅਖਾੜਾ ਦੀ ਪਰੰਪਰਾ ਚਲਾਈ। ਠੀਕ ਹੈ, ਸਿਹਤ 'ਤੇ ਧਿਆਨ ਦੇਣ ਦੇ ਲਈ ਮੱਲ ਅਖਾੜਾ ਦੀ ਪਰੰਪਰਾ ਚਲਾਈ। ਠੀਕ ਹੈ, ਤੇ ਇਹਨਾਂ ਦੇ ਬੱਚੇ ਕੌਣ ਸੀਗੇ? ਇਹਨਾਂ ਦੇ ਦੋ ਪੁੱਤਰ ਸੀ, ਦਾਤੂ ਅਤੇ ਦਾਸੂ। ਠੀਕ ਹੈ, ਤੇ ਇਹਨਾਂ ਦੀ ਇੱਕ ਪੁੱਤਰੀ ਸੀਗੀ ਅਮਰੋ। ਇਹ ਇਹਨਾਂ ਦੇ ਬੱਚੇ ਸੀ, ਦਾਤੂ, ਦਾਸੂ ਤੇ ਅਮਰੋ। ਤੇ ਇਹਨਾਂ ਦੀ ਪਤਨੀ ਦਾ ਨਾਮ ਕੀ ਸੀਗਾ? ਖੀਵੀ ਜੀ। ਠੀਕ ਹੈ, ਇਹ ਬੇਸਿਕ ਇਨਫੋਰਮੇਸ਼ਨ ਆ ਗੁਰੂ ਅੰਗਦ ਦੇਵ ਜੀ ਬਾਰੇ। ਗੁਰਮੁਖੀ ਲਿਪੀ ਦੀ ਖੋਜ ਕਿਹਨੇ ਕੀਤੀ?
गुरु अंगद देव जी बारे ने। बहुत बार क्वेश्चन पूछा जाता कि गुरमुखी लिपि की काढ़ किने कड्ढी? गुरु अंगद देव जी ने। तो समकाली राजे ओबवियसली जे तुहानूं इधरों मुगलों की लड़ी याद होवे कि बाबर तो बाद कौन आया सीगा, तो देखो एक तो शेरशाह सूरी ने उस टाइम ते की कीता सीगा, शेरशाह सूरी सीगा उस टाइम ते, ते फिर उन्होंने दोबारा ਉਹਦੇ ਨਾਲ लड़िया कौन से उस टाइम ते हार के वापस चला गया सी कौन? बाबर का पुत्र हमायूं। ठीक है, तो हमायूं ये दोवें किसी गुरु जी के समकाली राजे से, शेरशाह सूरी ते बाबर का बेटा हमायूं। ठीक है, तो इस तो बाद इन्होंने किहड़े शहर में स्थापित किया? तो गुरु नानक देव जी ने स्थापित किया सीगा करतारपुर शहर पाकिस्तान च, ते गुरु अंगद देव जी ने शहर स्थापित किया सी किहड़ा? खडूर साहिब। ठीक है, खडूर साहिब ये शहर स्थापित किया सीगा गुरु अंगद देव जी बारे, अंगद देव जी ने। ठीक है, तो आप जो सेंसिस पढ़ते हैं तो आप उत्थे एक चीज़ पढ़ते हैं कि पंजाब की इक्को एक तहसील जिथे कोई शहरी आबादी नहीं गी तो वह किहड़ी है? खडूर साहिब ही है। पंजाब की इक्को एक तहसील जिथे शहरी आबादी नहीं गी तो किहड़ी है? खडूर साहिब भी है। तो गुरु अंगद देव जी ने इसकी स्थापना की सी। ते ज्योति जोत भी कित्थे समाए सी? खडूर साहिब विखे। जिहड़ा शहर इन्होंने स्थापित किया उत्थे ही ज्योति जोत समाए सीगे। जिवें गुरु नानक देव जी ने करतारपुर वसाया सी, वो करतारपुर विखे ज्योति जोत समाई सी। सिमिलरली इन्होंने खडूर साहिब वसाया सी ते खडूर साहिब विखे ज्योति जोत समाई सी। तो हम देखो एक मिनट आप आगे कंटिन्यू करते हैं, पर पहले मैं एक चीज़ दसना चाहूँगी कि साडी प्रीवियस क्लासिस की ऐप के उपर क्लर्क के मॉक टेस्ट अवेलेबल ने इंग्लिश के विच। ठीक है, क्लर्क के मॉक टेस्ट अवेलेबल ने। सो इन्हों के उपर डिस्काउंट भी चल रहा है। 5 मॉक टेस्ट ने इंग्लिश मीडियम के लेटेस्ट जो भी अपना एग्जाम पैटर्न है बिल्कुल वो अकॉर्डिंग बनाए गए हैं। सो तुसीं ये मॉक टेस्ट बाय कर सकते हैं साडी ऐप तो। ऐप का लिंक नीचे डिस्क्रिप्शन बॉक्स के विच दिता हुआ है। तो नाल ही साडी जिहड़ा PSSB का मैथ के कोर्स भी अवेलेबल है। मतलब जो भी PSSB ने 2021 पेपर लए सी उन्होंने सारे मैथ के क्वेश्चन वीडियो फॉर्म के सॉल्व करवाए हुए हैं। ठीक है, सो भी तुसीं ऐप के उपर जाके बाय कर सकते हो ये वाला जिहड़ा कोर्स है मैथ का। तो हुण अगे आपां कंटिन्यू करते हैं सिखां दे तीसरे गुरु। ठीक है, तो सिखां दे तीसरे गुरु कौन सी? गुरु अमरदास जी। गुरु अमरदास जी। पंजाबी की वेटेज 20 मार्क्स थी। सो आप हर चीज़ में चंगी तरह पढ़ रहे हैं। ठीक है, जो भी इंपॉर्टेंट इन्फॉर्मेशन बन रही है आप मोटा मोटा रिवाइज कर रहे हैं। इनफैक्ट तुम वीडियो एक दो बार होर देख सकते हो तो जो थोड़ा याद रह जाए। ठीक है, तो गुरु अमरदास जी सिखा के तीसरे गुरु सीगे। ठीक है, जिवें आपां नूं पता वा गुरु अंगद देव जी के बच्चे कौन सी? दातू, दासू ते एक उन्हां दी पुत्री सी अमरू। सो इन्हां चों किसी ने भी गुरु जी ने अपना उत्तराधिकारी नहीं चुनिया बल्कि गुरु अमरदास जी नूं चुनिया। ठीक है, तो गुरु अमरदास जी नूं उन्होंने सिखा के 3rd गुरु चुनिया। तो बाद में की होया देखो दातू ते दासू गुरु अमरदास गुरु अंगद देव जी के पुत्र सीगे। इस करके गुरु अमरदास जी ने फिर नवा शहर वसाया गोइंदवाल। ठीक है, इन्होंने किहड़ा शहर वसाया सीगा? गोइंदवाल, जो कि तरनतारन जिले च सीगा। ठीक है, गोइंदवाल साहिब ये शहर गुरु अमरदास जी ने वसाया सीगा। इस तो अलावा इन्होंने की कीता सी? इन्होंने शहर वसाया मतलब 84 पौड़ियां का निर्माण भी, 84 पौड़ियां वाली बौली का निर्माण भी गुरु अमरदास जी ने ही किया, क्योंकि शहर इन्होंने वसाया से फिर बौली का निर्माण भी इन्होंने किया। ठीक है, तो इस तो अलावा इन्होंने होर किहड़ी प्रथा चलाई सी? इन्होंने प्रथा चलाई सी संगत तो पहला पंगत। ये भी इन्हों की चलाई हुई प्रथा सी, संगत तो पहला पंगत। तो देखो लंगर की प्रथा किने चलाई सी? लंगर की प्रथा तो सारिਆਂ ਨੂੰ पता ही है कि गुरु नानक देव जी के समय तो ही शुरू हो गई सी। ठीक है, तो मल अखाड़े की प्रथा चलाई सी गुरु अंगद देव जी ने सिखां दे दूसरे गुरु। ते संगत तो पहला पंगत की प्रथा किन चलाई सी? गुरु अमरदास जी ने। सिखां दे तीजे गुरु इन्होंने संगत तो पहला पंगत इस प्रथा नूं गुरु अमरदास जी ने चलाया सी। जेकर हुण आपां समकाली राजियां की गल करिए तो इन्हां दे समकाली राजे देखो पहला बाबर सी, फिर कौन सी? हमायूं सी, ते हमायूं का बेटा कौन सी? अकबर। तो हुण तीसरे नंबर ते इन्हां दा जिहड़ा समकाली आ वो सीगा अकबर। उधरों भी तीसरे नंबर ते गुरु नानक देव जी के वेले बाबर। ठीक है, फिर गुरु अंगद देव जी के समय दे विच हमायूं, ते फिर गुरु अमरदास जी तीसरे गुरु सी। तां इधरों भी तीसरा मुगल परसन अकबर। ठीक है, तो बिल्कुल उवें लड़ी चल रही है। तो अकबर इन्हां दा समकाली सीगा। ईवन कि अकबर गुरु जी नूं मिलण भी आया सी, उन्हां दे दर्शन करन आया सी ते उहने लंगर भी छकिया सी। ठीक है, इस तो अलावा गुरु जी की जिहड़ी बाणी है किहड़ी बाणी की रचना की है? तो गुरु जी ने आनंद साहिब की रचना की सी। ठीक है, गुरु जी ने आनंद साहिब की रचना की सी। इस तो अलावा इन्हां ने मंजी प्रथा चलाई सी। ठीक है, 22 मंजियां स्थापित कीतियां सी, 22 मंजियां। तो इन्होंने मंजी प्रथा चलाई सी। ठीक है, तो इस तो बाद इन्होंने
ਇਹ ਇਹਨਾਂ ਨੇ ਗੋਇੰਦਵਾਲ ਸ਼ਹਿਰ ਹੀ ਵਸਾਇਆ ਸੀਗਾ ਤੇ ਇਹ ਜੋਤੀ ਜੋਤ ਵੀ ਕਿੱਥੇ ਸਮਾਏ ਸੀ? ਗੋਇੰਦਵਾਲ ਵਿਖੇ। ਠੀਕ ਹੈ, ਜਿਵੇਂ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਸਾਹਿਬ ਵਸਾਇਆ, ਉਹ ਉੱਥੇ ਜੋਤੀ ਜੋਤ ਸਮਾਏ ਸੀਗੇ। ਠੀਕ ਹੈ, ਫਿਰ ਉਸ ਤੋਂ ਬਾਅਦ ਆਪਾਂ ਪੜ੍ਹਿਆ ਸੀਗਾ ਗੁਰੂ ਅੰਗਦ ਦੇਵ ਜੀ ਬਾਰੇ, ਉਹਨਾਂ ਨੇ ਖਡੂਰ ਸਾਹਿਬ ਵਸਾਇਆ ਸੀਗਾ, ਉੱਥੇ ਜੋਤੀ ਜੋਤ ਸਮਾਏ ਸੀ। ਸਿਮਿਲਰਲੀ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਸ਼ਹਿਰ ਵਸਾਇਆ ਸੀ ਤੇ ਇਹ ਉੱਥੇ ਜੋਤੀ ਜੋਤ ਸਮਾਏ ਸੀ। ਠੀਕ ਹੈ, ਤਾਂ ਬਿਲਕੁਲ ਆਪਾਂ ਨੂੰ ਸੇਮ ਉਵੇਂ ਆਰਡਰ ਯਾਦ ਰਹੂਗਾ। ਤਾਂ ਹੁਣ ਆਪਾਂ ਗੱਲ ਕਰਾਂਗੇ ਇਹਨਾਂ ਦੇ ਬੱਚਿਆਂ ਦੀ। ਤਾਂ ਇਹਨਾਂ ਦੇ ਬੱਚਿਆਂ ਦੇ ਨਾਮ ਤੁਹਾਨੂੰ ਪਤਾ ਹੋਣੇ ਚਾਹੀਦੇ ਆ। ਠੀਕ ਹੈ, ਇਹਨਾਂ ਦੇ ਬੱਚੇ ਕੌਣ ਸੀ? ਮੋਹਰੀ, ਮੋਹਨ ਇਹਨਾਂ ਦੇ ਪੁੱਤਰ ਸੀ। ਇਸ ਤੋਂ ਇਲਾਵਾ ਦਾਨੀ ਅਤੇ ਭਾਨੀ। ਠੀਕ ਹੈ, ਤਾਂ ਇਹ ਇਹਨਾਂ ਦੇ ਬੱਚੇ ਸੀਗੇ, ਮੋਹਰੀ, ਮੋਹਨੀ, ਦਾਨੀ ਅਤੇ ਭਾਨੀ। ਤਾਂ ਦੇਖੋ ਹੁਣ ਇਹਨਾਂ ਨੂੰ ਗੁਰਗੱਦੀ ਮਿਲੀ ਕਿਵੇਂ ਸੀ? ਗੁਰੂ ਅੰਗਦ ਦੇਵ ਜੀ ਤੋਂ। ਠੀਕ ਹੈ, ਤਾਂ ਜਿਹੜੀ ਗੁਰੂ ਅੰਗਦ ਦੇਵ ਜੀ ਦੀ ਪੁੱਤਰੀ ਸੀ ਅਮਰੋ, ਠੀਕ ਹੈ, ਗੁਰੂ ਅੰਗਦ ਦੇਵ ਜੀ ਦੀ ਪੁੱਤਰੀ ਸੀ ਅਮਰੋ, ਉਹ ਕੀ ਸੀ? ਗੁਰੂ ਅਮਰਦਾਸ ਜੀ ਦੀ ਭਤੀਜਨੋਂ ਸੀ, ਮਤਲਬ ਇਹਨਾਂ ਦੇ ਭਤੀਜੇ ਨੂੰ ਵਿਆਹੀ ਸੀ। ਠੀਕ ਹੈ, ਤਾਂ ਮਤਲਬ ਕਿ ਇਹ ਗੁਰੂ ਅੰਗਦ ਦੇਵ ਜੀ ਦੇ ਕੀ ਸੀਗੇ? ਕੁੜਮ ਸੀ ਇੱਕ ਤਰ੍ਹਾਂ ਦੇ। ਠੀਕ ਹੈ, ਕੁੜਮ ਸੀਗੇ। ਹੁਣ ਆਪਾਂ ਨੈਕਸਟ ਚੱਲਦੇ ਹਾਂ ਚੌਥੇ ਗੁਰੂ, ਸਿੱਖਾਂ ਦੇ ਚੌਥੇ ਗੁਰੂ। ਉਹ ਕੌਣ ਸੀ? ਗੁਰੂ ਰਾਮਦਾਸ ਜੀ। ਠੀਕ ਹੈ, ਗੁਰੂ ਰਾਮਦਾਸ ਜੀ ਇਹ ਸਿੱਖਾਂ ਦੇ ਚੌਥੇ ਗੁਰੂ ਸੀ। ਠੀਕ ਹੈ, ਫੋਰਥ ਗੁਰੂ ਆਫ ਸਿੱਖਸ। ਤਾਂ ਨੈਕਸਟ ਆਪਾਂ ਇਹਨਾਂ ਬਾਰੇ ਪੜ੍ਹਦੇ ਹਾਂ ਕਿ ਇਹਨਾਂ ਦਾ ਸਿੱਖ ਧਰਮ ਦੇ ਵਿੱਚ ਕੀ ਯੋਗਦਾਨ ਰਿਹਾ। ਠੀਕ ਹੈ, ਤਾਂ ਇਹਨਾਂ ਦਾ ਜਨਮ ਕਿੱਥੇ ਹੋਇਆ ਸੀਗਾ? ਲਾਹੌਰ ਵਿਖੇ। ਠੀਕ ਹੈ, ਇਹਨਾਂ ਦਾ ਜਿਹੜਾ ਜਨਮ ਹੋਇਆ ਸੀ ਉਹ ਲਾਹੌਰ ਵਿਖੇ ਹੋਇਆ ਸੀਗਾ। ਤੇ ਇਹਨਾਂ ਦਾ ਹੁਣ ਕੀ ਸੰਬੰਧ ਸੀਗਾ? ਇਹ ਗੁਰੂ ਅਮਰਦਾਸ ਜੀ ਦੇ ਜਵਾਈ ਸੀ, ਜਾਣੀ ਕਿ ਬੀਬੀ ਭਾਨੀ ਦੇ ਇਹ ਪਤੀ ਸੀ। ਠੀਕ ਹੈ, ਤਾਂ ਬੀਬੀ ਭਾਨੀ ਦੇ ਇਹ ਪਤੀ ਸੀ ਗੁਰੂ ਰਾਮਦਾਸ ਜੀ। ਤਾਂ ਇਹਨਾਂ ਦੀ ਵਾਈਫ ਦਾ ਨਾਮ ਇੱਥੇ ਲਿਖ ਦਿੰਦੀ ਆ। ਇਹ ਕਿਸੇ ਨੇ ਦੀ ਵਾਈਫ ਕੌਣ ਸੀ? ਬੀਬੀ ਭਾਨੀ ਜੀ। ਓਕੇ, ਤਾਂ ਇਹ ਇਹਨਾਂ ਦੀ ਵਾਈਫ ਦਾ ਨਾਮ ਆ। ਉਸ ਤੋਂ ਬਾਅਦ ਇਹਨਾਂ ਨੇ ਕੀ ਕੰਮ ਕੀਤੇ ਸੀ? ਇੱਕ ਤਾਂ ਇਹਨਾਂ ਨੇ ਮਸੰਦ ਪ੍ਰਥਾ ਚਲਾਈ ਸੀਗੀ। ਠੀਕ ਹੈ, ਮਸੰਦ ਪ੍ਰਥਾ ਚਲਾਈ ਸੀ ਗੁਰੂ ਰਾਮਦਾਸ ਜੀ ਨੇ। ਇਹ ਵੀ ਵੈਰੀ ਕਲੀਅਰਲੀ ਯਾਦ ਹੋਵੇ ਕਿ ਗੁਰੂ ਰਾਮਦਾਸ ਜੀ ਨੇ ਮਸੰਦ ਪ੍ਰਥਾ ਚਲਾਈ ਸੀ। ਠੀਕ ਹੈ, ਜਿਵੇਂ ਸਭ ਤੋਂ ਪਹਿਲੇ ਸਿੱਖਾਂ ਦੇ ਗੁਰੂ ਸੀ ਗੁਰੂ ਨਾਨਕ ਦੇਵ ਜੀ, ਉਹਨਾਂ ਨੇ ਕੀ ਸੀ? ਲੰਗਰ ਦੀ ਪ੍ਰਥਾ ਚਲਾਈ ਸੀਗੀ। ਠੀਕ ਹੈ, ਫਿਰ ਗੁਰੂ ਅੰਗਦ ਦੇਵ ਜੀ ਸੀਗੇ, ਉਹਨਾਂ ਨੇ ਕੀ ਸੀ? ਮਾਲ ਅਖਾੜੇ ਦੀ ਪਰੰਪਰਾ ਚਲਾਈ ਸੀ। ਤੀਸਰੇ ਗੁਰੂ ਕੌਣ ਸੀਗੇ? ਗੁਰੂ ਅਮਰਦਾਸ ਜੀ, ਉਹਨਾਂ ਨੇ ਕੀ ਕੀਤਾ ਸੀਗਾ? ਕਿਹੜੀ ਪ੍ਰਥਾ ਚਲਾਈ ਸੀ ਉਹਨਾਂ ਨੇ? ਮੰਜੀ ਪ੍ਰਥਾ। ਤਾਂ ਇਸੇ ਤਰ੍ਹਾਂ ਚੌਥੇ ਗੁਰੂ ਗੁਰੂ ਰਾਮਦਾਸ ਜੀ, ਇਹਨਾਂ ਨੇ ਮਸੰਦ ਪ੍ਰਥਾ ਚਲਾਈ ਸੀ। ਤਾਂ ਹੁਣ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਇਹਨਾਂ ਦੇ ਸਮਕਾਲੀ ਕੌਣ ਸੀ। ਤਾਂ ਇਹਨਾਂ ਦੇ ਸਮਕਾਲੀ ਉਹੀ ਅਕਬਰ ਸੀ। ਠੀਕ ਹੈ, ਤਾਂ ਤੀਸਰੇ ਤੇ ਚੌਥੇ ਗੁਰੂ ਦੋਵਾਂ ਦਾ ਸਮਕਾਲੀ ਅਕਬਰ ਸੀ। ਠੀਕ ਹੈ, ਉਸ ਟਾਈਮ ਤੇ ਅਕਬਰ ਦਾ ਰਾਜ ਸੀਗਾ। ਅਕਬਰ ਨੂੰ ਆਪਾਂ ਪਤਾ ਕਿ ਉਹਨੇ ਦੀਨ ਇਲਾਹੀ ਧਰਮ ਚਲਾਇਆ ਸੀਗਾ। ਇਸ ਦੇ ਲਈ ਉਹਨੇ ਕੀ ਸੀਗਾ? ਬਹੁਤ ਵੱਖ-ਵੱਖ ਧਰਮਾਂ ਦੀਆਂ ਚੰਗੀਆਂ ਗੱਲਾਂ ਦਾ ਅਧਿਐਨ ਵੀ ਕੀਤਾ ਸੀ। ਤੇ ਸਿਮਿਲਰਲੀ ਉਹਨੇ ਗੁਰੂ ਗ੍ਰੰਥ ਸਾਹਿਬ ਬਾਰੇ ਵੀ ਅਧਿਐਨ ਕਰਵਾਇਆ ਸੀਗਾ। ਤੇ ਉਸ ਤੋਂ ਬਾਅਦ ਇਹ ਕਿਹਾ ਜਾਂਦਾ ਕਿ ਉਹਨੇ ਉਸ ਟਾਈਮ ਤੇ ਭਾਈ ਗੁਰਦਾਸ ਜੀ ਨੂੰ ਸਨਮਾਨਿਤ ਕੀਤਾ ਸੀ। ਠੀਕ ਹੈ, ਸੋ ਗੁਰੂ ਰਾਮਦਾਸ ਜੀ ਦੇ ਸਮਕਾਲੀ ਕੌਣ ਸੀ? ਭਾਈ ਗੁਰਦਾਸ ਜੀ। ਉਹ ਵੀ ਗੁਰੂ ਰਾਮਦਾਸ ਜੀ ਦੇ ਸਮਕਾਲੀ ਸੀ, ਭਾਈ ਗੁਰਦਾਸ ਜੀ। ਠੀਕ ਹੈ, ਇਹ ਚੀਜ਼ ਵੀ ਤੁਸੀਂ ਯਾਦ ਰੱਖਣੀ ਹੈ ਕਿ ਅਕਬਰ ਤੇ ਭਾਈ ਗੁਰਦਾਸ ਜੀ ਦੋਵੇਂ ਗੁਰੂ ਰਾਮਦਾਸ ਜੀ ਦੇ ਸਮਕਾਲੀ ਸੀਗੇ। ਇੱਕ ਚੀਜ਼ ਹੋਰ ਕਿ ਅਕਬਰ ਨੇ ਕੀ ਹੈ ਕਿ ਅੰਮ੍ਰਿਤਸਰ ਸ਼ਹਿਰ ਦੇ ਲਈ ਜਿਹੜੀ ਜਗ੍ਹਾ ਹੈ ਜਿੱਥੇ ਅੱਜ ਕੱਲ੍ਹ ਗੁਰੂ ਅੰਮ੍ਰਿਤਸਰ ਸਾਹਿਬ ਵਸਿਆ ਹੋਇਆ ਹੈ, ਉਹ ਜਗ੍ਹਾ ਅਕਬਰ ਨੇ ਦਿੱਤੀ ਸੀਗੀ। ਠੀਕ ਹੈ, ਤਾਂ ਸਭ ਤੋਂ ਪਹਿਲਾਂ ਜਿਹੜਾ ਸ਼ਹਿਰ ਵਸਿਆ ਸੀਗਾ ਉਹਦਾ ਨਾਮ ਗੁਰੂ ਕਾ ਚੱਕ ਰੱਖਿਆ ਗਿਆ ਸੀਗਾ, ਗੁਰੂ ਕਾ ਚੱਕ। ਫਿਰ ਬਾਅਦ ਵਿੱਚ ਇਸ ਦਾ ਨਾਮ ਰੱਖਿਆ ਗਿਆ ਸੀਗਾ ਰਾਮਦਾਸਪੁਰਾ ਤੇ ਸਭ ਤੋਂ ਲਾਸਟ ਤੇ ਦਾ ਨਾਮ ਰੱਖ ਦਿੱਤਾ ਗਿਆ ਸੀਗਾ ਅੰਮ੍ਰਿਤਸਰ। ਠੀਕ ਹੈ, ਤਾਂ ਗੁਰੂ ਕਾ ਚੱਕ ਕੀ ਸੀ? ਅੰਮ੍ਰਿਤਸਰ ਦਾ ਸਭ ਤੋਂ ਪਹਿਲਾ ਨਾਮ ਸੀ ਗੁਰੂ ਕਾ ਚੱਕ। ਠੀਕ ਹੈ, ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਬਾਣੀ ਦੀ, ਤਾਂ ਇਹਨਾਂ ਨੇ ਕੀ ਆ? ਲਾਵਾਂ ਦੀ ਰਚਨਾ ਕੀਤੀ। ਠੀਕ ਹੈ, ਜਿਹੜਾ ਵਿਆਹ ਵੇਲੇ ਰਸਮ ਕੀਤੀ ਜਾਂਦੀ ਲਾਵਾਂ ਦੀ, ਠੀਕ ਹੈ, ਤਾਂ ਲਾਵਾਂ ਦੀ ਰਚਨਾ ਗੁਰੂ ਰਾਮਦਾਸ ਜੀ ਨੇ ਕੀਤੀ ਸੀਗੀ। ਤਾਂ ਇੱਥੇ ਆਪਾਂ ਗੁਰੂ ਰਾਮਦਾਸ ਜੀ ਬਾਰੇ ਪੜ੍ਹਿਆ ਹੈ। ਹੁਣ ਆਪਾਂ ਇੱਕ ਚੀਜ਼ ਹੋਰ ਯਾਦ ਰੱਖਾਂਗੇ ਕਿ ਇਹਨਾਂ ਦੇ ਬੱਚੇ ਕੌਣ ਸੀ। ਠੀਕ ਹੈ, ਤਾਂ ਇਹਨਾਂ ਦੇ ਬੱਚੇ ਸੀਗੇ ਪ੍ਰਿਥੀ ਚੰਦ, ਜਿਹਨੂੰ ਕਿ ਹਿਸਟਰੀ 'ਚ ਕਈ ਜਗ੍ਹਾ ਤੇ ਪ੍ਰਿਥੀਆ ਵੀ ਲਿਖਿਆ ਹੋਇਆ ਵਾ। ਠੀਕ ਹੈ, ਪ੍ਰਿਥੀ ਚੰਦ, ਮਹਾਦੇਵ ਅਤੇ ਸਭ ਤੋਂ ਛੋਟੇ ਸੀਗੇ ਅਰਜਨ ਦੇਵ। ਠੀਕ ਹੈ, ਜਿਹੜੇ ਕਿ ਅੱਗੇ ਜਾ ਕੇ ਸਿੱਖਾਂ ਦੇ 5ਵੇਂ ਗੁਰੂ ਬਣੇ, ਗੁਰੂ ਅਰਜਨ ਦੇਵ ਜੀ। ਠੀਕ ਹੈ, ਤਾਂ ਇਹ ਸੀ ਗੁਰੂ ਰਾਮਦਾਸ ਜੀ ਦੇ ਸਪੁੱਤਰ। ਠੀਕ ਹੈ, ਇਹਨਾਂ ਨੇ ਸ਼ਹਿਰ ਕਿਹੜਾ ਵਸਾਇਆ ਸੀਗਾ? ਅੰਮ੍ਰਿਤਸਰ। ਠੀਕ ਹੈ, ਬਟ ਜੋਤੀ ਜੋਤ ਕਿੱਥੇ ਸਮਾਇਆ? ਗੋਇੰਦਵਾਲ ਵਿਖੇ। ਠੀਕ ਹੈ, ਗੋਇੰਦਵਾਲ ਵਿਖੇ ਇਹ ਜੋਤੀ ਜੋਤ ਸਮਾਇਆ। ਤਾਂ ਦੇਖੋ ਗੁਰੂ ਰਾਮਦਾਸ ਜੀ ਜੋਤੀ ਜੋਤ ਸਮਾਏ ਸੀਗੇ ਗੋਇੰਦਵਾਲ ਵਿਖੇ। ਇਹ ਚੀਜ਼ ਵੈਰੀ ਇੰਪੋਰਟੈਂਟ ਹੈ। ਇਹ ਚੀਜ਼ ਇੱਕ ਵਾਰੀ ਪੁੱਛੀ ਗਈ ਹੈ ਐਗਜ਼ਾਮ ਦੇ ਵਿੱਚ ਕਿ ਗੁਰੂ ਰਾਮਦਾਸ ਜੀ ਕਿੱਥੇ ਜੋਤੀ ਜੋਤ ਸਮਾਏ ਸੀ। ਠੀਕ ਹੈ, ਤਾਂ ਉਸ ਗੁਰਦੁਆਰੇ ਦਾ ਨਾਮ ਵੀ ਪੁੱਛਿਆ ਹੋਇਆ ਵਾ ਜਿਹੜਾ ਗੁਰੂ ਜੀ ਦੇ ਜਿੱਥੇ ਗੁਰੂ ਜੀ ਦਾ ਘਰ ਸੀਗਾ।
ਤਾਂ ਇਹ ਚੀਜ਼ ਐਗਜ਼ਾਮ ਦੇ ਵਿੱਚ ਪੁੱਛੀ ਗਈ ਹੈ। ਠੀਕ, ਨੈਕਸਟ ਦੇਖਦੇ ਹਾਂ ਸਿੱਖਾਂ ਦੇ ਪੰਜਵੇਂ ਗੁਰੂ ਗੁਰੂ ਅਰਜਨ ਦੇਵ ਜੀ। ਗੁਰੂ ਅਰਜਨ ਦੇਵ ਜੀ, ਠੀਕ ਹੈ, ਇਹ ਸਿੱਖਾਂ ਦੇ 5th ਗੁਰੂ ਸੀਗੇ। ਇਹ ਗੁਰੂ ਰਾਮਦਾਸ ਜੀ ਦੇ ਸੁਪੁੱਤਰ ਸੀ। ਠੀਕ ਹੈ, ਤਾਂ ਇੱਕ ਚੀਜ਼ ਤੁਸੀਂ ਯਾਦ ਰੱਖਣੀ ਹੈ ਕਿ ਇੱਥੇ ਪਹਿਲੀ ਵਾਰੀ ਜਿਹੜੀ ਗੁਰਗੱਦੀ ਆ ਉਹ ਪਰਿਵਾਰ 'ਚ ਦਿੱਤੀ ਗਈ ਹੈ, ਮਤਲਬ ਗੁਰੂ ਜੀ ਨੇ ਆਪਣੇ ਬੇਟੇ ਅਰਜਨ ਦੇਵ ਜੀ ਨੂੰ ਗੁਰਗੱਦੀ ਦਿੱਤੀ। ਤਾਂ ਇੱਥੇ ਪਹਿਲੀ ਵਾਰੀ ਗੁਰਗੱਦੀ ਕੀ ਆ, ਪਰਿਵਾਰ ਦੇ ਵਿੱਚ ਦਿੱਤੀ ਗਈ ਹੈ। ਠੀਕ ਹੈ, ਤਾਂ ਹੁਣ ਆਪਾਂ ਇੰਪੋਰਟੈਂਟ ਗੱਲਾਂ ਗੁਰੂ ਜੀ ਬਾਰੇ ਪੜ੍ਹਦੇ ਹਾਂ ਕਿ ਕੀ ਸੀ। ਇਹਨਾਂ ਦੇ ਮਾਤਾ ਪਿਤਾ ਦਾ ਨਾਮ ਤਾਂ ਤੁਹਾਨੂੰ ਪਤਾ ਲੱਗ ਹੀ ਹੈ, ਗੁਰੂ ਰਾਮਦਾਸ ਜੀ ਦੇ ਸੁਪੁੱਤਰ ਸੀ, ਤੇ ਮਾਤਾ ਦਾ ਨਾਮ ਕੀ ਸੀ ਫਿਰ, ਬੀਬੀ ਭਾਨੀ ਸੀ। ਬਟ ਆਪਾਂ ਇਹਨਾਂ ਦੀ ਵਾਈਫ ਦਾ ਨਾਮ ਵੀ ਯਾਦ ਰੱਖਾਂਗੇ ਕਿ ਇਹਨਾਂ ਦੀ ਵਾਈਫ ਕੌਣ ਸੀ। ਠੀਕ ਹੈ, ਤਾਂ ਇਹਨਾਂ ਦੀ ਵਾਈਫ ਦਾ ਨਾਮ ਸੀਗਾ ਮਾਤਾ ਗੰਗਾ ਜੀ। ਠੀਕ ਹੈ, ਇਹਨਾਂ ਦੀ ਵਾਈਫ ਦਾ ਨਾਮ ਸੀ ਮਾਤਾ ਗੰਗਾ ਜੀ। ਤਾਂ ਇਹਨਾਂ ਦਾ ਸਿੱਖ ਧਰਮ ਦੇ ਵਿੱਚ ਕੀ ਯੋਗਦਾਨ ਰਿਹਾ, ਤਾਂ ਦੇਖੋ ਪਹਿਲਾ ਯੋਗਦਾਨ ਇਹਨਾਂ ਦਾ ਇਹ ਆ ਕਿ ਇਹਨਾਂ ਨੇ 1579 ਸਾਲ ਯਾਦ ਰੱਖਣਾ। ਠੀਕ ਹੈ, ਸੌਰੀ 1599 ਦੇ ਵਿੱਚ ਇਹਨਾਂ ਨੇ ਹਰਮੰਦਰ ਸਾਹਿਬ ਦੀ ਨੀਂਹ ਰੱਖੀ। ਠੀਕ ਹੈ, ਹਰਮੰਦਰ ਸਾਹਿਬ ਦੀ ਨੀਂਹ ਰੱਖੀ ਸੀ ਇਹਨਾਂ ਨੇ 1599 ਦੇ ਵਿੱਚ। 1589 ਦੇ ਵਿੱਚ ਹਰਮੰਦਰ ਸਾਹਿਬ ਦੀ ਇਹਨਾਂ ਨੇ ਨੀਂਹ ਰੱਖੀ ਸੀਗੀ। ਇਸ ਤੋਂ ਇਲਾਵਾ ਇਹਨਾਂ ਨੇ ਕੀ ਸੀਗਾ, ਆਦਿ ਗ੍ਰੰਥ ਦੀ ਰਚਨਾ ਕੀਤੀ, ਸੰਕਲਨ ਕਰਾਇਆ ਆਦਿ ਗ੍ਰੰਥ ਦਾ। ਠੀਕ ਹੈ, ਆਦਿ ਗ੍ਰੰਥ ਦੀ ਰਚਨਾ ਕੀਤੀ, ਸੰਕਲਨ ਕਰਾਇਆ ਆਦਿ ਗ੍ਰੰਥ ਦਾ। ਇਸ ਤੋਂ ਇਲਾਵਾ ਇਹਨਾਂ ਨੇ ਸੁਖਮਨੀ ਸਾਹਿਬ ਦੀ ਰਚਨਾ ਕੀਤੀ। ਠੀਕ ਹੈ, ਤਾਂ ਇਹਨਾਂ ਦੀ ਜਿਹੜੀ ਫੇਮਸ ਬਾਣੀ ਆ ਉਹ ਕਿਹੜੀ ਆ, ਸੁਖਮਨੀ ਸਾਹਿਬ। ਇਹਨਾਂ ਨੇ ਸੁਖਮਨੀ ਸਾਹਿਬ ਦੀ ਰਚਨਾ ਕੀਤੀ। ਅੱਗੇ ਹੁਣ ਆਪਾਂ ਪੜ੍ਹਦੇ ਇਸ ਲਈ ਇੰਪੋਰਟੈਂਟ ਰਚਨਾਵਾਂ। ਤਾਂ ਇਹਨਾਂ ਨੇ ਸ਼ਹਿਰ ਕਿਹੜੇ ਕਿਹੜੇ ਵਸਾਏ। ਠੀਕ ਹੈ, ਤਾਂ ਇਹਨਾਂ ਨੇ ਇੱਕ ਸ਼ਹਿਰ ਵਸਾਇਆ ਸੀਗਾ ਤਰਨਤਾਰਨ ਸਾਹਿਬ। ਠੀਕ ਹੈ, ਤਰਨਤਾਰਨ ਸਾਹਿਬ ਇਹਨਾਂ ਨੇ ਵਸਾਇਆ ਸੀ, ਤਰਨਤਾਰਨ ਸਾਹਿਬ। ਠੀਕ ਹੈ, ਇਸ ਤੋਂ ਇਲਾਵਾ ਇਹਨਾਂ ਨੇ ਕੀਰਤਪੁਰ ਸ਼ਹਿਰ ਵਸਾਇਆ, ਸੌਰੀ ਕਰਤਾਰਪੁਰ। ਠੀਕ ਹੈ, ਕਰਤਾਰਪੁਰ ਇਹ ਕਿੱਥੇ ਹੈ, ਜਲੰਧਰ 'ਚ। ਕਰਤਾਰਪੁਰ ਇਹ ਕਿੱਥੇ, ਜਲੰਧਰ 'ਚ। ਜਿਹੜਾ ਗੁਰੂ ਨਾਨਕ ਦੇਵ ਜੀ ਨੇ ਵਸਾਇਆ ਸੀ ਉਹ ਸੀਗਾ ਲਾਹੌਰ ਲਾਗੇ ਪਾਕਿਸਤਾਨ 'ਚ। ਇਹ ਕਿੱਥੇ ਆ, ਜਲੰਧਰ ਦੇ ਵਿੱਚ, ਕਰਤਾਰਪੁਰ। ਠੀਕ ਹੈ, ਇਸ ਤੋਂ ਇਲਾਵਾ ਇਹਨਾਂ ਨੇ ਇੱਕ ਹੋਰ ਸ਼ਹਿਰ ਵਸਾਇਆ, ਕਿਹੜਾ, ਹਰਗੋਬਿੰਦਪੁਰਾ। ਹਰਗੋਬਿੰਦਪੁਰਾ ਮਤਲਬ ਇਹਨਾਂ ਨੇ ਆਪਣੇ ਪੁੱਤਰ ਦੇ ਨਾਮ ਤੇ ਸ਼ਹਿਰ ਦਾ ਨਾਮ ਰੱਖਿਆ ਹਰਗੋਬਿੰਦਪੁਰਾ। ਠੀਕ ਹੈ, ਤਾਂ ਇਹਨਾਂ ਨੇ ਪ੍ਰਥਾਵਾਂ ਕਿਹੜੀਆਂ ਚਲਾਈਆਂ, ਇੱਕ ਤਾਂ ਇਹਨਾਂ ਨੇ ਦਸਵੰਧ ਕੱਢਣ ਦੀ ਪ੍ਰਥਾ ਚਲਾਈ ਕਿ ਸਿੱਖ ਆਪਣੀ ਕਮਾਈ ਦਾ 10ਵਾਂ ਹਿੱਸਾ ਦਾਨ ਕਰਨ। ਠੀਕ ਹੈ, ਚੰਗੇ ਕੰਮਾਂ ਦੇ। ਤਾਂ ਇਹਨਾਂ ਨੇ ਦਸਵੰਧ ਪ੍ਰਥਾ ਚਲਾਈ। ਇਹਨਾਂ ਦਾ ਸਮਕਾਲੀ ਰਾਜਾ ਕੌਣ ਸੀਗਾ। ਠੀਕ ਹੈ, ਤਾਂ ਇਹਨਾਂ ਦਾ ਸਮਕਾਲੀ ਰਾਜਾ ਸੀਗਾ ਜਹਾਂਗੀਰ। ਠੀਕ ਹੈ, ਜਹਾਂਗੀਰ ਯਾਦ ਰੱਖਣਾ। ਠੀਕ ਹੈ, ਤਾਂ ਜਹਾਂਗੀਰ ਇਹਨਾਂ ਦਾ ਸਮਕਾਲੀ ਰਾਜਾ ਸੀਗਾ। ਤਾਂ ਇਹਨਾਂ ਦੀ ਜਿਹੜੀ ਸ਼ਹੀਦੀ ਆ, ਠੀਕ ਹੈ, ਉਹ ਹੋਈ ਸੀਗੀ 1606 ਦੇ ਵਿੱਚ। 1606 ਦੇ ਵਿੱਚ ਇਹਨਾਂ ਦੀ ਸ਼ਹੀਦੀ ਹੋਈ ਸੀ ਕਿੱਥੇ, ਲਾਹੌਰ ਵਿਖੇ। ਠੀਕ ਹੈ, ਤਾਂ ਇਹ ਮੁਗਲਾਂ ਦੇ ਹੱਥੋਂ ਸ਼ਹੀਦ ਹੋਣ ਵਾਲੇ ਪਹਿਲੇ ਗੁਰੂ ਸੀ। ਠੀਕ ਹੈ, ਲਾਹੌਰ ਵਿਖੇ ਇਹਨਾਂ ਦੀ ਸ਼ਹੀਦੀ ਹੋਈ ਸੀ 1606 ਦੇ ਵਿੱਚ। ਤੇ ਉਸ ਤੋਂ ਬਾਅਦ ਇੱਕ ਚੀਜ਼ ਤੁਸੀਂ ਹੋਰ ਯਾਦ ਰੱਖਣੀ ਆ ਕਿ 1604 ਦੇ ਵਿੱਚ, 2 ਸਾਲ ਪਹਿਲਾਂ ਜਸਟ 1604 ਦੇ ਵਿੱਚ ਕੀ ਆ, ਹਰਮੰਦਰ ਸਾਹਿਬ ਦੀ ਜਿਹੜੀ ਨਵੀਂ ਇਮਾਰਤ ਸੀ ਉਹ ਤਿਆਰ ਹੋਈ। ਉੱਥੇ ਕੀ ਆ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ ਸੀਗਾ ਤੇ ਬਾਬਾ ਬੁੱਢਾ ਜੀ ਪਹਿਲੇ ਗ੍ਰੰਥੀ ਬਣੇ ਸੀ। ਠੀਕ ਹੈ, ਤਾਂ ਬਾਬਾ ਬੁੱਢਾ ਜੀ ਇਹਨਾਂ ਦੇ ਸਮੇਂ ਵਿੱਚ ਹੀ ਪਹਿਲੇ ਗ੍ਰੰਥੀ ਬਣੇ ਸੀ ਹਰਮੰਦਰ ਸਾਹਿਬ ਦੇ। ਇਹ ਚੀਜ਼ ਵੀ ਤੁਸੀਂ ਯਾਦ ਰੱਖਣੀ। ਤਾਂ ਕਦੋਂ ਪ੍ਰਕਾਸ਼ ਹੋਇਆ ਸੀਗਾ, 16 ਅਗਸਤ 1604। ਠੀਕ ਹੈ, ਤਾਂ ਇਹ ਇੰਪੋਰਟੈਂਟ ਇਨਫੋਰਮੇਸ਼ਨ ਸੀ ਗੁਰੂ ਅਰਜਨ ਦੇਵ ਜੀ ਬਾਰੇ। ਤਾਂ ਨੈਕਸਟ ਹੁਣ ਆਪਾਂ ਪੜ੍ਹਦੇ ਹਾਂ ਸਿੱਖਾਂ ਦੇ 6ਵੇਂ ਗੁਰੂ। ਤਾਂ ਸਿੱਖਾਂ ਦੇ 6ਵੇਂ ਗੁਰੂ ਕੌਣ ਸੀ, ਗੁਰੂ ਹੁਣੇ ਆਪਾਂ ਕਰਕੇ ਹਟੇ ਹਾਂ ਹਰਗੋਬਿੰਦ ਜੀ। ਠੀਕ ਹੈ, ਜਿਨ੍ਹਾਂ ਦੇ ਨਾਮ ਤੇ ਸ਼ਹਿਰ ਵਸਾਇਆ ਸੀਗਾ ਹਰਗੋਬਿੰਦਪੁਰਾ। ਠੀਕ ਹੈ, ਤਾਂ ਇਹ ਸਿੱਖਾਂ ਦੇ 6ਵੇਂ ਗੁਰੂ ਸੀ। ਤਾਂ ਹੁਣ ਆਪਾਂ ਪੜ੍ਹਦੇ ਹਾਂ ਇਹਨਾਂ ਬਾਰੇ। ਇਹ ਕੀ ਆ, 11 ਸਾਲ ਦੀ ਉਮਰ ਦੇ ਵਿੱਚ ਹੀ ਇਹ ਗੁਰੂ ਬਣੇ ਸੀ। 11 ਸਾਲ ਦੀ ਉਮਰ ਦੇ ਵਿੱਚ ਇਹ ਸਿੱਖਾਂ ਦੇ ਗੁਰੂ ਬਣੇ ਸੀ। ਇਹਨਾਂ ਨੇ ਮੀਰੀ ਅਤੇ ਪੀਰੀ ਦੀਆਂ 2 ਤਲਵਾਰਾਂ ਧਾਰਨ ਕੀਤੀਆਂ ਸੀ। ਠੀਕ ਹੈ, ਮੀਰੀ ਅਤੇ ਪੀਰੀ ਦੀਆਂ 2 ਤਲਵਾਰਾਂ ਧਾਰਨ ਕੀਤੀਆਂ ਸੀਗੀਆਂ। ਇਹ ਮਾਤਾ ਗੰਗਾ ਜੀ ਦੇ ਪੁੱਤਰ ਸੀਗੇ। ਇਹਨਾਂ ਨੇ ਜਿਹੜੀ ਆਪਣੀ ਧਾਰਮਿਕ ਸਿੱਖਿਆ ਵਾ ਤੇ ਅਧਿਆਤਮਿਕ ਸਿੱਖਿਆ ਉਹ ਭਾਈ ਗੁਰਦਾਸ ਜੀ ਤੋਂ ਤੇ ਬਾਬਾ ਬੁੱਢਾ ਜੀ ਤੋਂ ਹਾਸਲ ਕੀਤੀ ਸੀ। ਠੀਕ ਹੈ, ਭਾਈ ਗੁਰਦਾਸ ਜੀ ਤੇ ਬਾਬਾ ਬੁੱਢਾ ਜੀ। ਇਹਨਾਂ ਨੇ ਸੰਤ ਸਿਪਾਹੀ ਦਾ ਰੂਪ ਧਾਰਨ ਕੀਤਾ ਸੀ, ਮੀਰੀ ਤੇ ਪੀਰੀ ਮਤਲਬ। ਠੀਕ ਹੈ, ਸੰਤ ਸਿਪਾਹੀ, ਪੂਜਾ ਪਾਠ ਵੀ ਕਰਨਾ ਹੈ ਤੇ ਹੱਕ ਸੱਚ ਲਈ ਬੋਲਣਾ ਵੀ, ਤਾਂ ਕਰਕੇ ਮੀਰੀ ਤੇ ਪੀਰੀ ਦੀਆਂ ਤਲਵਾਰਾਂ
ਧਾਰਨ ਕੀਤੀਆਂ ਸੀਗੀਆਂ। ਇਸ ਤੋਂ ਇਲਾਵਾ ਇਹਨਾਂ ਨੇ ਕਾਹਦੀ ਸਥਾਪਨਾ ਕੀਤੀ ਸੀ? ਇਹਨਾਂ ਨੇ ਹਰਿਮੰਦਰ ਸਾਹਿਬ ਦੇ ਬਿਲਕੁਲ ਸਾਹਮਣੇ 1609 ਦੇ ਵਿੱਚ, ਠੀਕ ਹੈ, 1609 ਦੇ ਵਿੱਚ ਇਹਨਾਂ ਨੇ ਕੀ ਸੀ? ਅਕਾਲ ਤਖਤ ਦਾ ਨਿਰਮਾਣ ਕਰਵਾਇਆ ਸੀ। ਅਕਾਲ ਤਖਤ ਦਾ ਨਿਰਮਾਣ ਕਰਵਾਇਆ ਸੀਗਾ, ਜਿੱਥੇ ਕਿ ਇਹਨਾਂ ਦਾ ਸਿੰਘਾਸਨ ਸੀਗਾ ਤੇ ਮਤਲਬ ਕੋਈ ਵੀ ਸਿੱਖ ਧਰਮ ਨਾਲ ਸੰਬੰਧਿਤ ਮਹੱਤਵਪੂਰਨ ਫੈਸਲੇ ਇੱਥੇ ਕੀਤੇ ਜਾਂਦੇ ਸੀਗੇ। ਫਿਰ ਇਹਨਾਂ ਨੇ ਇੱਕ ਕਿਲ੍ਹਾ ਬਣਵਾਇਆ ਸੀ, ਠੀਕ ਹੈ। ਤਾਂ ਦੇਖੋ ਹੁਣ ਆਪਾਂ ਸਭ ਤੋਂ ਪਹਿਲਾਂ ਕਿਸੇ ਕਿਲ੍ਹੇ ਦਾ ਮੈਂਸ਼ਨ ਪੜ੍ਹ ਰਹੇ ਹਾਂ ਸਿੱਖ ਧਰਮ 'ਚ। ਤੇ ਇਹਨਾਂ ਨੇ ਪਹਿਲਾਂ ਕਿਲ੍ਹਾ ਬਣਵਾਇਆ ਸੀ, ਕਿਹੜਾ? ਲੋਹਗੜ੍ਹ ਦਾ ਕਿਲ੍ਹਾ। ਉਹ ਕਿੱਥੇ? ਅੰਮ੍ਰਿਤਸਰ ਵਿਖੇ। ਲੋਹਗੜ੍ਹ ਦਾ ਕਿਲ੍ਹਾ ਅੰਮ੍ਰਿਤਸਰ ਵਿਖੇ। ਇਹ ਇੱਕ ਤੁਸੀਂ ਇੰਪੋਰਟੈਂਟ ਇਨਫੋਰਮੇਸ਼ਨ ਯਾਦ ਰੱਖਣੀ ਹੈ। ਇਸ ਤੋਂ ਇਲਾਵਾ ਇਹਨਾਂ ਨੂੰ ਕੀ ਕਿਹਾ ਜਾਂਦਾ? ਬੰਦੀ ਛੋੜ। ਪੜ੍ਹਦੇ ਨਾ ਦੀਵਾਲੀ ਵੇਲੇ ਆਪਾਂ ਬੰਦੀ ਛੋੜ ਦਿਵਸ, ਤੇ ਇਹਨਾਂ ਨੂੰ ਹੀ ਬੰਦੀ ਛੋੜ ਕਿਹਾ ਜਾਂਦਾ ਹੈ, ਠੀਕ ਹੈ। ਤਾਂ ਕੀ ਸੀਗਾ? ਇਹਨਾਂ ਨੇ ਆਪਦੇ ਨਾਲ 52 ਰਾਜਿਆਂ ਨੂੰ ਕੈਦ ਚੋਂ ਰਿਹਾ ਕਰਾਇਆ ਸੀਗਾ, ਇਸ ਕਰਕੇ ਇਹਨਾਂ ਨੂੰ ਬੰਦੀ ਛੋੜ ਕਿਹਾ ਜਾਂਦਾ। ਤਾਂ ਇਹ ਬੰਦੀ ਛੋੜ ਦੀ ਘਟਨਾ ਕਿਹੜੇ ਰਾਜੇ ਦੇ ਸਮੇਂ 'ਚ ਹੋਈ ਸੀਗੀ? ਤੁਹਾਨੂੰ ਪਤਾ ਹੀ ਆ, ਜਹਾਂਗੀਰ ਦਾ ਸਮਾਂ ਚੱਲ ਰਿਹਾ, ਠੀਕ ਹੈ। ਜਹਾਂਗੀਰ ਜਾਣੀ ਕਿ ਸਲੀਮ ਦਾ ਹੀ ਸਮਾਂ ਚੱਲ ਰਿਹਾ ਇੱਥੇ ਵੀ, ਠੀਕ ਹੈ। ਤਾਂ ਜਹਾਂਗੀਰ ਦੇ ਸਮੇਂ ਦੀ ਇਹ ਘਟਨਾ ਤੇ ਕਿੱਥੋਂ ਹੋਏ ਸੀ ਰਿਹਾ? ਕਿਹੜੇ ਕਿਲ੍ਹੇ 'ਚੋਂ? ਗਵਾਲੀਅਰ, ਠੀਕ ਹੈ। ਤਾਂ ਗਵਾਲੀਅਰ ਦੇ ਕਿਲ੍ਹੇ 'ਚੋਂ ਰਿਹਾ ਹੋਈ ਸੀਗੀ। ਅੱਗੇ ਤੁਸੀਂ ਹੋਰ ਪੜ੍ਹਨਾ ਵਾ ਕਿ ਲੜਾਈ ਕਿਹੜੀ ਹੋਈ ਸੀ ਇਸ ਟਾਈਮ ਤੇ, ਠੀਕ ਹੈ। ਤਾਂ ਇਹਦੇ 'ਚ ਇੱਕ ਅੰਮ੍ਰਿਤਸਰ ਦੀ ਲੜਾਈ ਹੋਈ ਸੀ 1634 ਦੇ ਵਿੱਚ, ਠੀਕ ਹੈ। ਤੇ ਇਸ ਲੜਾਈ ਤੋਂ ਬਾਅਦ ਕੀ ਗੁਰੂ ਜੀ ਕੀਰਤਪੁਰ ਚਲੇ ਗਏ ਸੀਗੇ, ਤੇ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਜੀਵਨ ਦੇ ਆਖਰੀ ਸਮਾਂ ਵੀ ਕੀਰਤਪੁਰ ਵਿਖੇ ਹੀ ਬਿਤਾਇਆ। ਤੇ ਜੇਕਰ ਹੁਣ ਆਪਾਂ ਗੁਰਗੱਦੀ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਾਂ ਪੜ੍ਹਦੇ ਹਾਂ ਕਿ ਇਹਨਾਂ ਦੀ ਫੈਮਿਲੀ ਬਾਰੇ, ਠੀਕ ਹੈ, ਕਿ ਇਹਨਾਂ ਦੀਆਂ ਵਾਈਫਸ ਕੌਣ ਸੀ, ਇਹਨਾਂ ਦੀ ਵਾਈਫ ਕੌਣ ਸੀ, ਠੀਕ ਹੈ। ਤਾਂ ਇੱਕ ਤਾਂ ਇਹਨਾਂ ਦੀ ਵਾਈਫ ਸੀਗੀ ਬੀਬੀ ਨਾਨਕੀ, ਇੱਕ ਸੀਗੀ ਬੀਬੀ ਦਾਮੋਦਰੀ, ਠੀਕ ਹੈ। ਤੇ ਜਿਹੜੇ ਇਹਨਾਂ ਨੇ ਗੁਰਗੱਦੀ ਦਿੱਤੀ ਸੀਗੀ ਉਹ ਕਹਿੰਦੇ ਤੁਸੀਂ ਆਪਣੇ ਪੋਤੇ ਨੂੰ, ਠੀਕ ਹੈ। ਤਾਂ ਇਹਨਾਂ ਆਪਣੇ ਪੋਤੇ ਨੂੰ ਗੁਰਗੱਦੀ ਦਿੱਤੀ ਸੀਗੀ, ਗੁਰੂ ਹਰਿਰਾਏ ਜੀ, ਠੀਕ ਹੈ। ਤਾਂ ਗੁਰੂ ਹਰਿਰਾਏ ਜੀ ਸਿੱਖਾਂ ਦੇ 7ਵੇਂ ਗੁਰੂ ਸੀ, ਉਹ ਇਹਨਾਂ ਦੇ ਪੋਤਰੇ ਸੀਗੇ ਜਿਨ੍ਹਾਂ ਨੂੰ ਇਹਨਾਂ ਨੇ ਗੁਰਗੱਦੀ ਦਿੱਤੀ ਸੀਗੀ, ਠੀਕ ਹੈ। ਤੇ ਆਪਾਂ ਨੂੰ ਪਤਾ ਜ਼ਿੰਦਗੀ ਦਾ ਆਖਰੀ ਸਮਾਂ ਇਹਨਾਂ ਨੇ ਕਿੱਥੇ ਬਿਤਾਇਆ ਵਾ? ਕੀਰਤਪੁਰ ਵਿਖੇ, ਨਾ। ਮੈਂ ਤੁਹਾਨੂੰ ਦੱਸਿਆ ਸੀਗਾ ਕਿ ਅੰਮ੍ਰਿਤਸਰ ਦੀ ਲੜਾਈ ਤੋਂ ਬਾਅਦ ਇਹ ਕੀ ਆ? ਕੀਰਤਪੁਰ ਚਲੇ ਗਏ ਸੀ। ਤਾਂ ਇਹਨਾਂ ਨੇ ਸ਼ਹਿਰ ਕਿਹੜਾ ਵਸਾਇਆ ਸੀਗਾ? ਕੀਰਤਪੁਰ ਸ਼ਹਿਰ ਵਸਾਇਆ ਸੀ, ਤੇ ਇੱਥੇ ਹੀ ਇਹਨਾਂ ਨੇ ਆਪਣੇ ਜੀਵਨ ਦਾ ਆਖਰੀ ਸਮਾਂ ਬਿਤਾਇਆ। ਇੱਥੇ ਹੀ ਉਹ ਜੋਤੀ ਜੋਤ ਸਮਾਈ ਸੀ, ਠੀਕ ਹੈ। ਤਾਂ ਅੱਗੇ ਹੁਣ ਆਪਾਂ ਪੜ੍ਹਦੇ ਹਾਂ ਸਿੱਖਾਂ ਦੇ 7ਵੇਂ ਗੁਰੂ, ਗੁਰੂ ਹਰਿਰਾਏ ਜੀ, ਠੀਕ ਹੈ। ਤਾਂ ਸਿੱਖਾਂ ਦੇ 7th ਗੁਰੂ, ਗੁਰੂ ਹਰਿਰਾਏ ਜੀ, ਠੀਕ ਹੈ। ਇਹ ਕੌਣ ਸੀ? ਸਿੱਖਾਂ ਦੇ 6ਵੇਂ ਗੁਰੂ ਦੇ ਪੋਤਰੇ ਸੀਗੇ, ਗ੍ਰੈਂਡਸਨ। ਤੇ ਦੇਖੋ ਜਿਹੜੇ ਗੁਰੂ ਹਰਿਰਾਏ ਜੀ ਸੀ, ਠੀਕ ਹੈ, ਹੁਣ ਇਹ ਕਿਹਦੇ ਸਮਕਾਲੀ ਸੀ? ਤਾਂ ਇਹ ਸਮਕਾਲੀ ਸੀਗੇ, ਦੇਖੋ ਜਹਾਂਗੀਰ ਤੋਂ ਬਾਅਦ ਕੌਣ ਆਇਆ ਸੀਗਾ? ਔਰੰਗਜ਼ੇਬ, ਠੀਕ ਹੈ। ਜਹਾਂਗੀਰ ਤੋਂ ਬਾਅਦ ਕੌਣ ਆਇਆ ਸੀ? ਔਰੰਗਜ਼ੇਬ। ਪਿੱਛੇ ਦੇਖਿਆ ਨਾ ਕਿ ਪਿਛਲੇ ਜਿਹੜੇ ਆਪਣੇ 6ਵੇਂ ਗੁਰੂ ਸੀ ਉਹ ਜਹਾਂਗੀਰ ਦੇ ਸਮਕਾਲੀ ਸੀ, ਇਹ ਕਿਹਦੇ ਸੀਗੇ? ਔਰੰਗਜ਼ੇਬ ਦੇ, ਠੀਕ ਹੈ। ਤਾਂ ਇਹਨਾਂ ਦੇ ਸਮੇਂ ਵਿੱਚ ਹੋਰ ਇਸ ਤੋਂ ਇਲਾਵਾ ਸ਼ਾਹਜਹਾਂ ਨੇ, ਜਹਾਂਗੀਰ ਤੋਂ ਬਾਅਦ ਸ਼ਾਹਜਹਾਂ ਆਏ ਸੀ ਜਿਹਨੇ ਤਾਜ ਮਹਿਲ ਬਣਵਾਇਆ ਸੀ, ਫਿਰ ਔਰੰਗਜ਼ੇਬ, ਠੀਕ ਹੈ। ਇਹਨਾਂ ਦੋਵਾਂ ਦੇ ਹੀ ਸਮਕਾਲੀ ਸੀਗੇ। ਤੇ ਔਰੰਗਜ਼ੇਬ ਦੇ ਵੱਡੇ ਭਰਾ ਦਾ ਨਾਮ ਕੀ ਸੀਗਾ? ਔਰੰਗਜ਼ੇਬ ਦਾ ਵੱਡਾ ਭਰਾ ਸੀਗਾ ਦਾਰਾ ਸ਼ਿਕੋ, ਠੀਕ ਹੈ। ਇਹ ਵੀ ਹਿਸਟਰੀ 'ਚ ਬਹੁਤ ਫੇਮਸ ਪਰਸਨ ਹੈ, ਦਾਰਾ ਸ਼ਿਕੋ। ਤਾਂ ਦਾਰਾ ਸ਼ਿਕੋ ਬਾਰੇ ਇੱਕ ਇੰਪੋਰਟੈਂਟ ਕੁਐਸਚਨ ਕੀ ਪੁੱਛਿਆ ਜਾਂਦਾ ਹੈ ਕਿ ਦਾਰਾ ਸ਼ਿਕੋ ਨੇ ਕਿਹੜੇ ਗੁਰੂ ਜੀ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ ਸੀ? ਤਾਂ ਦਾਰਾ ਸ਼ਿਕੋ ਨੇ ਗੁਰੂ ਹਰਿਰਾਏ ਜੀ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ ਸੀ, ਮਤਲਬ ਇਹਨਾਂ ਕੋਲ ਉਹ ਦਰਸ਼ਨ ਕਰਨ ਲਈ ਆਇਆ ਸੀਗਾ ਦਾਰਾ ਸ਼ਿਕੋ, ਠੀਕ ਹੈ। ਇਸ ਗੱਲ ਦਾ ਮੀਨਿੰਗ ਇਹੀ ਹੈ। ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਕਿ ਇਹਨਾਂ ਨੇ ਸਿੱਖ ਧਰਮ ਦੇ ਲਈ ਇੰਪੋਰਟੈਂਟ ਕੰਮ ਕੀ ਕੀਤੇ, ਕਿ ਇਹਨਾਂ ਨੇ 3 ਬਖਸ਼ਿਸ਼ਾਂ ਦੀ ਸਥਾਪਨਾ ਕੀਤੀ, ਮਤਲਬ ਸਿੱਖ ਧਰਮ ਦੇ ਪ੍ਰਚਾਰ ਦੇ ਲਈ 3 ਬਖਸ਼ਿਸ਼ਾਂ ਦੀ ਸਥਾਪਨਾ ਕੀਤੀ, ਠੀਕ ਹੈ। 3 ਬਖਸ਼ਿਸ਼ਾਂ ਦੀ ਸਥਾਪਨਾ ਕੀਤੀ ਸਿੱਖ ਧਰਮ ਦੇ ਪ੍ਰਚਾਰ ਦੇ ਲਈ। ਇਹਨਾਂ ਨੇ 3 ਬਖਸ਼ਿਸ਼ਾਂ ਦੀ ਸਥਾਪਨਾ ਕੀਤੀ ਸੀਗੀ। ਨਾਲ ਹੀ ਹੁਣ ਜੇ ਆਪਾਂ ਇੰਪੋਰਟੈਂਟ ਘਟਨਾਵਾਂ ਇਹਨਾਂ ਦੇ ਟਾਈਮਿੰਗ ਯਾਦ ਰੱਖੀਏ ਤਾਂ ਇਹਨਾਂ ਨੇ ਇੱਕ ਬੱਚਾ ਫੂਲ, ਠੀਕ ਹੈ, ਜਿਹਦਾ ਨਾਮ ਫੂਲ ਸੀ, ਉਹਨੂੰ ਆਸ਼ੀਰਵਾਦ ਦਿੱਤਾ ਸੀਗਾ। ਤੇ ਅੱਗੇ ਫਿਰ ਜਾ ਕੇ ਉਹਨੇ ਫੂਲਕਿਆਂ ਦੀ ਰਿਆਸਤ ਦੀ ਸਥਾਪਨਾ ਕੀਤੀ। ਜਦੋਂ ਆਪਾਂ ਸਿੱਖ ਧਰਮ ਦੀਆਂ ਮੇਨ ਰਿਆਸਤਾਂ ਪੜ੍ਹਦੇ ਹਾਂ ਤਾਂ ਮਿਸਲਾਂ ਪੜ੍ਹਦੇ ਹਾਂ, ਉਹਨਾਂ 'ਚ ਆਪਾਂ ਇੱਕ ਫੂਲਕਿਆਂ ਦੀ ਮਿਸਲ ਬਾਰੇ ਵੀ ਪੜ੍ਹਦੇ ਹਾਂ, ਠੀਕ ਹੈ। ਤੇ ਕਿਹਾ ਜਾਂਦਾ ਕਿ ਉਹਨਾਂ ਨੂੰ ਵੀ 7ਵੇਂ ਗੁਰੂ ਹਰਿਰਾਏ ਜੀ ਦਾ ਆਸ਼ੀਰਵਾਦ ਪ੍ਰਾਪਤ ਸੀ, ਤੇ ਦਾਰਾ ਸ਼ਿਕੋ ਨੂੰ ਵੀ ਗੁਰੂ ਹਰਿਰਾਏ ਜੀ ਨੇ ਤੋਂ ਆਸ਼ੀਰਵਾਦ ਲੈਣ ਆਇਆ ਸੀ, ਠੀਕ ਹੈ। ਇਹ 2 ਇੰਪੋਰਟੈਂਟ ਪਰਸਨ ਆਪਾਂ ਯਾਦ ਰੱਖਣੇ ਜਿਨ੍ਹਾਂ ਨੇ 7ਵੇਂ ਗੁਰੂ ਤੋਂ ਆਸ਼ੀਰਵਾਦ ਲਿਆ ਸੀਗਾ, ਠੀਕ ਹੈ। ਇਸ ਤੋਂ ਇਲਾਵਾ ਜਿਹੜੀ ਆਪਾਂ ਇੱਕ ਇੰਪੋਰਟੈਂਟ ਚੀਜ਼ ਹੋਰ ਯਾਦ ਰੱਖਣੀ ਆ ਉਹ ਇਹ ਆ ਕਿ ਵੀ ਇਹਨਾਂ ਦੇ 2 ਪੁੱਤਰ ਸੀਗੇ, ਗੁਰੂ ਹਰਿਰਾਏ ਜੀ ਦੇ 2 ਪੁੱਤਰ ਸੀਗੇ, ਰਾਮ ਰਾਏ ਤੇ ਹਰਕ੍ਰਿਸ਼ਨ, ਠੀਕ ਹੈ। ਇਹਨਾਂ ਦੇ 2 ਪੁੱਤਰ ਸੀ, ਰਾਮ ਰਾਏ ਐਂਡ ਹਰਕ੍ਰਿਸ਼ਨ। ਇਹ ਇਹਨਾਂ ਦੇ 2 ਪੁੱਤਰ ਸੀਗੇ। ਇਹਨਾਂ ਚੋਂ ਰਾਮ ਰਾਏ ਨੇ
ठीक है। जो भी सी इन्होंने की सीगा कि बादशाह नूं खुश करने दे लई सिख धर्म दी कुछ पंक्तियां की गलत ट्रांसलेशन दसी सी। ठीक है, इस करके फिर गुरु जी ने इन्हां नूं किया, इन्हां तो नाराज़ हो गए सीगे, इस करके इन्हां नूं फिर गुरगद्दी नहीं सी सौंपी। ठीक है, तो गुरु जी ने गुरगद्दी किहनूं सौंपी सीगी? 8वें गुरु किहनूं घोषित कीता सीगा? अपने पुत्र हरकृष्ण जी। ठीक है, तो 8वें गुरु कौन बने सीगे? इन्हां दे पुत्र हरकृष्ण जी। ठीक है, ये ज्योति जोत समाए सीगे कीरतपुर विखे। ठीक है, ये ज्योति जोत समाए सी कित्थे? कीरतपुर विखे। याद रखना वा 6वें गुरु भी ते 7वें गुरु ये दोनों कीरतपुर विखे ज्योति जोत समाए सी। ईवन कि इन्हां दा बर्थ प्लेस भी कीरतपुर आ ते इन्हां दा ज्योति जोत अकाल चलाना भी कीरतपुर विखे। ठीक है, तो हुण आपां पढ़दे हां सिखां दे 8वें गुरु नाम गैस करो। हुणे आपां करके हटे हां गुरु हरकृष्ण जी। एक चीज़ सानू कईयां नूं अजे भी नावां 'च कन्फ्यूजन होगी, वैसे तो होनी चाहिए नहीं, पंजाब 'च रहिंदे आ। ठीक है, इन्ना तो पता होना चाहिए, बट फिर भी जे किसी नूं डाउट है तो जे किसी नूं आपां अरदास करन वेले पढ़दे हुंदे कुछ पंक्तियां है ना, तो वो जे तुहानूं याद है तो तुहानूं ऑर्डर अपने आप याद हो जांदा है ना। तो जे किसी नूं डाउट होवे भी तो याद रखण दा एक तरीका कि आपां अरदास वेले वो करते हुंदे ना कि प्रथम भगवती सिमर के गुरु नानक लईते आए, फिर अंगद गुर ते अमरदास रामदासे होए सहाय। तो वो तुहानूं याद होवे तो वो बिल्कुल सीरियल ऑर्डर 'च ही बनता पिया सारा कुछ उहदे 'च। ठीक है, सारे गुरुआं दे नाम याद हो जाते हैं, तो उहदे 'च सारे जिहड़े गुरुआं दे नाम ने बिल्कुल एग्जैक्ट ऑर्डर दे विच ने, तो तुसीं उत्थों भी सारे गुरुआं दे नाम एक सीक्वेंस दे विच याद रख सकते हो। थोड़ी हैल्प हो जाती जिन्हों नूं याद नहीं गे। ठीक है, तो हुण देखते हैं आपां गुरु हरकृष्ण जी बारे। तो इन्हां दा बर्थ प्लेस किहड़ा वा? कीरतपुर साहिब। ठीक है, ये गुरु हरराए जी दे सपुत्र सीगे ते इन्हां नूं बाल गुरु भी कहा जाता। ठीक है, इन्हां नूं ही बाल गुरु कहा जाता। ठीक है, अगे आपां इन्हां बारे पढ़ते हैं इंपोर्टेंट गल्लां कि इन्हां दे समकाली राजे कौन सी? औरंगजेब। हुण तुहानूं पता होवे कि इदूं तो भी औरंगजेब का ही समा सीगा, गुरु गोबिंद सिंह जी तक औरंगजेब ने ही रहना। ठीक है, देखो कित्थों शुरू हो जाता? गुरु हरराए जी तो 7वें गुरु, 8वें गुरु, 9वें गुरु, 10वें गुरु। ठीक है, तो आखिरी चारों गुरु औरंगजेब के समकाली सीगे, ये चीज़ तुसीं याद रखना। ठीक है, तो इन्हां नूं बाल गुरु कहा जाता है। तो देखो हुण इंपोर्टेंट गल्लां की याद रखणियां वा कि भी जो हम हरकृष्ण जी सिखा के गुरु बन गए तो उस टाइम पर फिर राम राय ने इस चीज़ का विरोध किया। ठीक है, तो राम राय के फिर विरोध करने ते की आ कि जो औरंगजेब के हुक्म ते की आ कि गुरु जी नूं दिल्ली बुलाया गया, तो गुरु जी अपनी दादी माता नाल दादी अते माता नाल दिल्ली गए। ठीक है, तो उत्थे जिस जगह ते गुरु जी रुके सीगे उस जगह नूं बंगला साहिब कहंदे आ। ठीक है, जिथे गुरु हरकृष्ण जी रुके थे उस जगह नूं बंगला साहिब कहंदे। तो क्वेश्चन की बनता वा कि बंगला साहिब संबंध ਜਿਹੜਾ गुरुद्वारा ਦਾ संबंध ਕਿਹੜੇ गुरु नाल? ठीक है, ये पूछ लिया जाता वा किहड़े गुरु नाल ये संबंधित जगह है, तो यह हैगी 8वें गुरु हरकृष्ण जी नाल। ठीक है, बाद में इन्हां गुरु जी की जो डैथ हो गई सी उस तो बाद इन्हां दा अंतिम संस्कार भी उत्थे होया सीगा जमुना घाट के नेड़े। ठीक है, उत्थे किहड़ा गुरुद्वारा वा? बाला साहिब। ठीक है, ये चीज़ है। तो फिर इन्हां ने दस्सिया सीगा कि जिहड़े सिखां दे अगले गुरु ने 9वें गुरु वो कित्थे ने। ठीक है, तो इन्हां ने दस्सिया सीगा कि जिहड़े सिखां दे अगले गुरु ने वो एक बिरध ने। ठीक है, तो बाबा बकाला विखे रहिंदे ने। ये चीज़ इन्होंने जस्ट मैंशन की थी सिखां दे 9वें गुरु बारे। ठीक है, तो आपां नूं पता है ना जन्म कित्थे होया? तो देखो ये गुरु हरराए जी के पुत्र सीगे, तो गुरु हरराए जी का जन्म भी कीरतपुर विखे होया, इसकी डैथ भी कीरतपुर विखे हुई सी। मतलब उन्होंने जीवन कीरतपुर विखे बीतिया से ज़्यादातर, ताइयों इन्हों का बर्थ प्लेस किहड़ा वा? कीरतपुर। ठीक है, बट इन्हों की जी डैथ आ वो कित्थे हुई सी, कित्थे ज्योति जोत समाई सी? तो वो जगह हैगी दिल्ली विखे। ठीक है, जिथे अंतिम संस्कार होया उस जगह का नाम की है, उस गुरुद्वारे का नाम है बाला साहिब। तो जिथे इन्हों रखा गया सीगा पहला उस जगह का नाम है गुरुद्वारा बंगला साहिब। ये दो चीज़ां तुसीं 8वें गुरु बारे याद रखनियां ने। ते इन्हों चेचक होया सी। ठीक है, गुरु हरकृष्ण जी नूं चेचक भी होया सी। तो भी आप एक इंपोर्टेंट गल याद रखनी है। हुण आपां गल करते हैं सिखां दे 9वें गुरु गुरु तेग बहादुर जी। ठीक है, तो हुण की होया कि इन्हों किवें लभ्या गया है, ये चीज़ तो तुहानूं पता ही होगी कि उस टाइम पर जो सिखां दे 9वें गुरु हरकृष्ण 8वें गुरु हरकृष्ण जी ने अनाउंसमेंट की कि तुहाडा अगला गुरु बाबा बकाला विखे है, तो अलग अलग लोगों ने कि भेख धारण कर लिया कि असीं गुरु है ना, भी सानूं गुरगद्दी मिल जी। तो उस टाइम पर की एक व्यापारी सीगा कि जिन्हें किसी टाइम तो सोचा सीगा कि हुण की होया कि उस तो बाद अलग अलग लोग बाबा बकाला विखे है ना अपने आप नूं गुरु कहाउण लगे कि असीं अगले गुरु हाँ। उस टाइम पर मक्खण शाह लुबाणा जिहड़े कि एक व्यापारी सी है ना, ते मसंद सी
उन्होंने सोचा सीगा किसी टाइम की मुसीबत की घड़ी च कि भी शायद कोई घटना हुई सी उन्हां नाल, कोई मतलब कोई बेड़ा लैके आ रही सी। उस टाइम ते उन्होंने मन च सोचा सीगा कि गुरु जी जे साडा ये काम हो जाए तो असीं तुहानूं 500 मोहरां टेकांगे। ਤਾਂ उस टाइम ਤੇ ਇੰਨੇ ਵੱਖ-ਵੱਖ ਭੇਖੀ ਲੋਕ ਗੁਰੂ ਬਣ ਕੇ ਬੈਠ ਗਏ ਤਾਂ ਉਹਨਾਂ ਨੇ ਕੀ ਕੀਤਾ ਕਿ ਸਾਰਿਆਂ ਨੂੰ ਦੋ ਦੋ ਮੋਹਰਾਂ ਟੇਕੀਆਂ ਤੇ ਕੋਈ ਨਹੀਂ ਬੋਲਿਆ, ਸਾਰਿਆਂ ਨੇ ਐਕਸੈਪਟ ਕਰ ਲਈਆਂ। ਤਾਂ ਜਦੋਂ ਉਹਨਾਂ ਨੇ ਗੁਰੂ ਤੇਗ ਬਹਾਦਰ ਜੀ ਕੋਲ ਜਾ ਕੇ ਦੋ ਮੋਹਰਾਂ ਟੇਕੀਆਂ ਤਾਂ ਗੁਰੂ ਜੀ ਜਿਹੜੇ ਕਿ ਜਾਣੀ ਜਾਣ ਸੀ ਤਾਂ ਗੁਰੂ ਸੀ, ਤਾਂ ਉਹਨਾਂ ਨੇ ਕਿਹਾ ਕਿ ਵੀ ਗੱਲ ਤੇ 500 ਮੋਹਰਾਂ ਦੀ ਹੋਈ ਸੀ, ਠੀਕ ਹੈ, ਗੱਲ ਤੇ 500 ਮੋਹਰਾਂ ਦੀ ਹੋਈ ਸੀ। ਤਾਂ ਫਿਰ ਮੱਖਣ ਲੁਬਾਣਾ ਨੇ ਕਿਹਾ ਕਿ ਗੁਰੂ ਲਾ ਦੋ ਰੇ, ਮਤਲਬ ਗੁਰੂ ਮਿਲ ਗਿਆ ਕਿ ਅਸਲੀ ਗੁਰੂ ਕੌਣ ਆ। ਤਾਂ ਇਸ ਤਰ੍ਹਾਂ ਅਸਲੀ ਗੁਰੂ ਦੀ ਪਛਾਣ ਹੋਈ ਕਿ ਅਸਲੀ ਗੁਰੂ ਕੌਣ ਨਹੀਂ, ਤੇ ਗੁਰੂ ਤੇਗ ਬਹਾਦਰ ਜੀ ਸਿੱਖਾਂ ਦੇ 9ਵੇਂ ਗੁਰੂ ਬਣੇ। ਜੇ ਆਪਾਂ ਇਹਨਾਂ ਦੇ ਜਨਮ ਬਾਰੇ ਦੇਖੀਏ ਤਾਂ ਜਨਮ ਇਹਨਾਂ ਦਾ ਕਦੋਂ ਹੋਇਆ ਸੀ, ਤਾਂ ਇਹ ਗੁਰੂ ਹਰਗੋਬਿੰਦ ਜੀ ਦੇ ਸਭ ਤੋਂ ਛੋਟੇ ਪੁੱਤਰ ਸੀਗੇ, ਠੀਕ ਹੈ। ਤਾਂ ਆਪਾਂ ਇੱਥੇ ਪਿੱਛੇ ਪੜ੍ਹ ਕੇ ਹਟੇ ਹਾਂ ਸਿੱਖਾਂ ਦੇ 6ਵੇਂ ਗੁਰੂ, ਤਾਂ ਇਹਨਾਂ ਦੇ ਹੀ ਇਹ ਪੁੱਤਰ ਸੀਗੇ, ਠੀਕ ਹੈ। ਤਾਂ ਇਹਨਾਂ ਦੇ ਪੁੱਤਰ ਸੀਗੇ। ਤਾਂ ਦੇਖੋ ਫਿਰ ਸੰਬੰਧ ਕਿਵੇਂ ਬਣਿਆ, ਤਾਂ 8ਵੇਂ ਗੁਰੂ ਤੇ 9ਵੇਂ ਗੁਰੂ ਦੇ ਵਿੱਚ ਕੀ ਸੰਬੰਧ ਆ। ਤਾਂ 8ਵੇਂ ਗੁਰੂ ਨੇ ਗੱਦੀ ਕਿਹਨੂੰ ਦਿੱਤੀ, ਆਪਣੇ ਦਾਦੇ ਦੇ ਭਰਾ ਨੂੰ, ਮਤਲਬ ਇੱਕ ਤਰ੍ਹਾਂ ਨਾਲ ਦਾਦੇ। ਤਾਂ ਗੱਦੀ ਕਿੱਧਰੋਂ ਗਈ ਹੈ, ਪੋਤੇ ਤੋਂ ਦਾਦੇ ਵਾਲੀ ਪੀੜ੍ਹੀ ਦੇ ਵਿੱਚ ਗਈ ਹੈ, ਠੀਕ ਹੈ, ਬੈਕ। ਤਾਂ ਆਪਣੇ ਦਾਦੇ ਦੇ ਭਰਾ ਨੂੰ ਗੱਦੀ ਦਿੱਤੀ, ਠੀਕ ਹੈ। ਤਾਂ ਇਹ ਚੀਜ਼ ਹੋਈ ਹੈ ਇੱਥੇ। ਤਾਂ ਰਿਲੇਸ਼ਨਸ਼ਿਪ ਮੈਂ ਤੁਹਾਨੂੰ ਦੱਸ ਰਹੀ ਹਾਂ, ਤੇ ਫਿਰ ਪੁੱਛ ਲੈਂਦੇ ਨੇ ਕਿ ਕੀ ਰਿਲੇਸ਼ਨ ਹੈ, ਆਪਾਂ ਆਪਸ 'ਚ ਪੁੱਛ ਲੈਣੇ ਤਾਂ ਕਰਕੇ ਕਲੀਅਰ ਕੀਤਾ, ਠੀਕ ਹੈ। ਤਾਂ ਹੁਣ ਜੇ ਆਪਾਂ ਇਹਨਾਂ ਦੇ ਜਨਮ ਦੀ ਗੱਲ ਕਰੀਏ ਤਾਂ ਇਹਨਾਂ ਦਾ ਜਨਮ ਹੋਇਆ ਸੀਗਾ ਅੰਮ੍ਰਿਤਸਰ ਵਿਖੇ, ਅੰਮ੍ਰਿਤਸਰ ਵਿਖੇ। ਤੇ ਇਹਨਾਂ ਦੀ ਪਤਨੀ ਦਾ ਨਾਮ ਸਭ ਨੂੰ ਪਤਾ ਹੀ ਹੈ, ਮਾਤਾ ਗੁਜਰੀ ਜੀ, ਠੀਕ ਹੈ। ਇਹਨਾਂ ਬਾਰੇ ਸ਼ਾਇਦ ਆਪਾਂ ਸਿੱਖ ਇਤਿਹਾਸ ਸਭ ਤੋਂ ਜ਼ਿਆਦਾ ਪੜ੍ਹਦੇ ਹਾਂ, ਤਾਂ ਮਾਤਾ ਗੁਜਰੀ ਜੀ ਬਾਰੇ, ਠੀਕ ਹੈ। ਇਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਸ਼ਹਿਰ ਵਸਾਇਆਂ ਦੀ, ਤਾਂ ਇਹਨਾਂ ਨੇ ਸ਼ਹਿਰ ਕਿਹੜਾ ਵਸਾਇਆ ਸੀਗਾ, ਚੱਕ ਨਾਨਕੀ ਸ਼ਹਿਰ ਇਹਨਾਂ ਨੇ ਵਸਾਇਆ ਸੀਗਾ, ਚੱਕ ਨਾਨਕੀ, ਠੀਕ ਹੈ। ਜਿਹਨੂੰ ਕਿ ਹੁਣ ਕੀ ਕਿਹਾ ਜਾਂਦਾ, ਇਸ ਸ਼ਹਿਰ ਦਾ ਨਵਾਂ ਨਾਮ ਕੀ ਹੈ, ਗੈਸ ਕਰੋ, ਅਨੰਦਪੁਰ ਸਾਹਿਬ, ਠੀਕ ਹੈ। ਚੱਕ ਨਾਨਕੀ ਨੂੰ ਹੁਣ ਅਨੰਦਪੁਰ ਸਾਹਿਬ ਕਿਹਾ ਜਾਂਦਾ, ਠੀਕ ਹੈ। ਇੰਪੋਰਟੈਂਟ ਘਟਨਾਵਾਂ ਇਹਨਾਂ ਨੇ ਕੀ ਸੀਗਾ, ਅੰਬੇਰ ਦੇ ਰਾਜੇ ਰਾਮ ਸਿੰਘ ਤੇ ਅਸਾਮ ਦੀ ਅਹੋਮ ਸੈਨਾ ਦੇ ਵਿੱਚ ਸੰਧੀ ਕਰਵਾਈ ਸੀ, ਠੀਕ ਹੈ। ਅਸਾਮ ਦੀ ਅਹੋਮ ਸੈਨਾ ਤੇ ਅੰਬੇਰ ਦੇ ਰਾਜੇ ਰਾਮ ਸਿੰਘ ਦੀ ਇਹਨਾਂ ਨੇ ਸੰਧੀ ਕਰਵਾਈ ਸੀ। ਇਹ ਇਹਨਾਂ ਦੇ ਸਮੇਂ ਦੀ ਇੱਕ ਇੰਪੋਰਟੈਂਟ ਘਟਨਾਵਾਂ। ਇਸ ਤੋਂ ਬਾਅਦ ਤੁਹਾਨੂੰ ਇਹਨਾਂ ਦੀ ਸ਼ਹਾਦਤ ਬਾਰੇ ਵੀ ਪਤਾ ਹੋਊਗਾ ਕਿ ਇਹਨਾਂ ਕੋਲੇ ਕੀ ਸੀ, ਕਸ਼ਮੀਰੀ ਸਿੱਖ ਆਏ ਸੀਗੇ ਆਪਣੀ ਰਿਕੁਐਸਟ ਲੈ ਕੇ। ਉਸ ਟਾਈਮ ਤੇ ਇਹਨਾਂ ਨੇ ਫਿਰ ਕੀ ਸੀਗਾ ਕਿ ਉਹਨਾਂ ਲਈ ਕੁਰਬਾਨੀ ਦਿੱਤੀ ਸੀ, ਠੀਕ ਹੈ। ਇਸ ਕਰਕੇ ਇਹਨਾਂ ਨੂੰ ਕੀ ਕਹਿੰਦੇ, ਹਿੰਦ ਦੀ ਚਾਦਰ ਤੇਗ ਬਹਾਦਰ। ਤਾਂ ਇਹਨਾਂ ਨੂੰ ਹਿੰਦ ਦੀ ਚਾਦਰ ਵੀ ਕਿਹਾ ਜਾਂਦਾ ਵਾ, ਠੀਕ ਹੈ। ਤਾਂ ਹੁਣ ਇਹ ਜਿਹੜੀ ਇਹਨਾਂ ਨੂੰ ਸ਼ਹਾਦਤ ਆ ਉਹ ਕਿੱਥੇ ਹੋਈ ਸੀਗੀ, ਦਿੱਲੀ ਦੇ ਚਾਂਦਨੀ ਚੌਕ ਵਿਖੇ, ਠੀਕ ਹੈ, ਦਿੱਲੀ ਦੇ ਚਾਂਦਨੀ ਚੌਕ ਵਿਖੇ। ਤੇ ਇਹਨਾਂ ਨਾਲ ਸ਼ਹੀਦ ਹੋਣ ਵਾਲੇ ਹੋਰ ਵਿਅਕਤੀ ਕੌਣ ਸੀ, ਭਾਈ ਮਤੀ ਦਾਸ ਤੇ ਭਾਈ ਦਿਆਲਾ ਜੀ, ਠੀਕ ਹੈ। ਇਹ ਦੋਵੇਂ ਇਹਨਾਂ ਦੇ ਨਾਲ ਸੀ, ਭਾਈ ਮਤੀ ਦਾਸ ਤੇ ਭਾਈ ਦਿਆਲਾ ਜੀ। ਤੇ ਸ਼ਹੀਦੀ ਹੋਈ ਕਿੱਥੇ ਸੀਗੀ, ਦਿੱਲੀ ਦੇ ਚਾਂਦਨੀ ਚੌਕ ਵਿਖੇ, ਠੀਕ ਹੈ। ਹੁਣ ਆਪਾਂ ਗੁਰਦੁਆਰਿਆਂ ਦੇ ਨਾਮ ਵੀ ਥੋੜ੍ਹੇ ਥੋੜ੍ਹੇ ਪੜ੍ਹ ਲੈਂਦੇ ਹਾਂ ਕਿ ਜਿੱਥੇ ਇਹਨਾਂ ਦੀ ਸ਼ਹਾਦਤ ਹੋਈ ਸੀ, ਠੀਕ ਹੈ, ਉਸ ਗੁਰਦੁਆਰੇ ਦਾ ਨਾਮ ਸੀਸਗੰਜ ਹੈ, ਸ਼ਹਾਦਤ ਵਾਲੇ ਦਾ ਨਾਮ ਸੀਸਗੰਜ ਆ। ਇਸ ਤੋਂ ਬਾਅਦ ਜਿੱਥੇ ਇਹਨਾਂ ਦਾ ਕੀ ਹੋਇਆ ਸੀਗਾ, ਸੰਸਕਾਰ ਹੋਇਆ ਸੀ, ਉਹ ਹੈਗਾ ਵਾ ਰਕਾਬਗੰਜ, ਠੀਕ ਹੈ, ਰਕਾਬਗੰਜ। ਲੱਖੀ ਸ਼ਾਹ ਲੁਬਾਣਾ ਦੀ ਹਵੇਲੀ ਸੀਗੀ ਉਹ, ਲੱਖੀ ਸ਼ਾਹ ਲੁਬਾਣਾ ਦੀ। ਤੇ ਮੱਖਣ ਸ਼ਾਹ ਲੁਬਾਣਾ ਤੇ ਲੱਖੀ ਸ਼ਾਹ ਇਹ ਦੋਵੇਂ ਗੁਰੂ ਤੇਗ ਬਹਾਦਰ ਜੀ ਨਾਲ ਹੀ ਸੰਬੰਧਿਤ ਪਰਸਨ, ਠੀਕ ਹੈ। ਤੇ ਲੱਖੀ ਸ਼ਾਹ ਲੁਬਾਣਾ ਦੀ ਹਵੇਲੀ ਵਿਖੇ ਸੰਸਕਾਰ ਹੋਇਆ ਸੀਗਾ, ਰਕਾਬਗੰਜ ਉਸ ਜਗ੍ਹਾ ਦਾ ਨਾਮ ਆ। ਉਸ ਤੋਂ ਬਾਅਦ ਕੀ ਸੀਗਾ, ਭਾਈ ਜੈਤਾ ਜੀ ਇਹਨਾਂ ਦਾ ਸੀਸ ਲੈ ਕੇ ਆਏ ਸੀਗੇ, ਤੇ ਉੱਥੇ ਗੁਰਦੁਆਰਾ ਸੀਸਗੰਜ ਆ, ਕਿੱਥੇ, ਅਗੇਨ ਚੱਕ ਨਾਨਕੀ, ਜਿਹਨੂੰ ਆਪਾਂ ਕੀ ਕਹਿੰਦੇ ਆ, ਅਨੰਦਪੁਰ ਸਾਹਿਬ, ਠੀਕ ਹੈ। ਇਹ ਸਾਰੀ ਇਨਫੋਰਮੇਸ਼ਨ ਸੀ ਗੁਰੂ ਤੇਗ ਬਹਾਦਰ ਜੀ। ਨੈਕਸਟ ਆਪਾਂ ਪੜ੍ਹਦੇ ਹਾਂ ਸਿੱਖਾਂ ਦੇ 10ਵੇਂ ਗੁਰੂ। ਤਾਂ ਦੇਖੋ ਸਮਕਾਲੀ ਰਾਜਾ ਤੁਹਾਨੂੰ ਪਤਾ ਹੀ ਹੈ ਕਿ 7ਵੀਂ 8ਵੀਂ 9ਵੀਂ 10ਵੀਂ ਇਹਨਾਂ ਸਾਰੇ ਗੁਰੂ। ਸਮਕਾਲੀ ਰਾਜਾ ਕੌਣ ਸੀਗਾ, ਔਰੰਗਜ਼ੇਬ ਸੀਗਾ, ਠੀਕ ਹੈ। ਅੱਗੇ ਆਪਾਂ ਪੜ੍ਹਦੇ ਹਾਂ ਇਹਨਾਂ ਦੇ ਪੁੱਤਰ ਜਿਹੜੇ ਕਿ ਅੱਗੇ ਸਿੱਖਾਂ ਦੇ 10ਵੇਂ ਗੁਰੂ ਸੀਗੇ, 10th ਗੁਰੂ, ਗੁਰੂ ਗੋਬਿੰਦ ਸਿੰਘ ਜੀ, ਠੀਕ ਹੈ। ਤਾਂ ਇੱਥੇ ਹੁਣ ਆਪਾਂ ਜਿਹੜਾ ਵਾ ਇਹ ਟੌਪਿਕ ਆਪਣਾ ਖਤਮ ਹੋ ਜਾਊਗਾ, ਠੀਕ ਹੈ। ਫਿਰ ਕੱਲ੍ਹ ਨੂੰ ਆਪਾਂ ਨੈਕਸਟ ਟੌਪਿਕ ਕਰਾਂਗੇ ਤੇ ਸਾਰਿਆਂ ਦੀ ਇਵੇਂ ਕਰਕੇ ਆਪਾਂ ਰਿਵੀਜ਼ਨ ਪੂਰੀ ਕਰ ਲਾਂਗੇ, ਠੀਕ ਹੈ। ਤਾਂ ਇਹ ਜਿਹੜੇ ਗੁਰੂ ਸੀ ਇਹਨਾਂ ਦਾ ਜਨਮ 1666 ਨੂੰ ਪਟਨਾ ਵਿਖੇ ਹੋਇਆ ਸੀਗਾ। ਮਾਤਾ ਦਾ ਨਾਮ ਪਤਾ ਹੀ, ਮਾਤਾ ਗੁਜਰੀ ਜੀ ਸੀਗਾ, ਠੀਕ ਹੈ। ਅੱਗੇ ਹੋਰ ਕੀ ਯਾਦ ਰੱਖਣਾ, ਇਹਨਾਂ ਦੇ 4 ਬੱਚੇ ਸੀਗੇ, ਠੀਕ ਹੈ। ਬੱਚਿਆਂ ਦੇ ਨਾਮ ਤੁਹਾਨੂੰ ਪਤਾ ਹੀ ਹੋਣੇ ਆ, ਕੌਣ ਕੌਣ ਸੀਗੇ, ਠੀਕ ਹੈ। ਸਭ ਤੋਂ ਵੱਡੇ ਪੁੱਤਰ ਇਹਨਾਂ ਦੇ ਕੌਣ ਸੀ, ਤੇ ਕੌਣ ਸੀ, ਅਜੀਤ ਸਿੰਘ, ਜੋਰਾਵਰ ਸਿੰਘ, ਫਤਿਹ ਸਿੰਘ ਤੇ ਜੁਝਾਰ ਸਿੰਘ, ਠੀਕ ਹੈ। ਇਹ ਤੁਸੀਂ ਯਾਦ ਰੱਖਣੀ ਆ। ਇਹਨਾਂ ਦੇ ਇੰਪੋਰਟੈਂਟ ਕੰਮ ਜਾਂ ਇਹਨਾਂ ਦੀਆਂ ਰਚਨਾਵਾਂ ਦੇਖ ਲੈਣੇ ਪਹਿਲਾਂ ਆਪਾਂ। ਤਾਂ ਇਹਨਾਂ ਦੀਆਂ ਰਚਨਾਵਾਂ ਕਿਹੜੀਆਂ ਨੇ, ਚੰਡੀ ਦੀ ਵਾਰ, ਬਹੁਤ ਵਾਰ ਪੁੱਛਿਆ ਹੁੰਦਾ, ਚੰਡੀ ਦੀ ਵਾਰ ਇਹਨਾਂ ਦੀ ਰਚਨਾਵਾਂ। ਬਚਿੱਤਰ ਨਾਟਕ ਵੀ ਐਗਜ਼ਾਮ ਦੇ ਵਿੱਚ ਪੁੱਛਿਆ ਹੈ, ਕਿਹਦੀ ਰਚਨਾ, ਬਚਿੱਤਰ ਨਾਟਕ ਵੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾਵਾਂ, ਤੇ ਚੰਡੀ ਦੀ ਵਾਰ ਵੀ। ਇਸ ਤੋਂ ਇਲਾਵਾ ਅਕਾਲ ਉਸਤਤ ਤੇ ਵਾਰ ਸ਼੍ਰੀ ਭਗੌਤੀ ਜੀ ਕੀ, ਠੀਕ ਹੈ। ਅਕਾਲ ਉਸਤਤ ਤੇ ਵਾਰ ਸ਼੍ਰੀ ਭਗੌਤੀ ਜੀ ਕੀ, ਇਹ ਵੀ ਇਹਨਾਂ ਦੀਆਂ ਹੀ ਰਚਨਾਵਾਂ ਨੇ। ਫਿਰ ਇੱਕ ਪੁੱਛਿਆ ਜਾਂਦਾ ਰਣਜੀਤ ਨਗਾਰਾ ਕਿਹਨੇ ਬਣਾਇਆ ਸੀ, ਉਹ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਰਣਜੀਤ ਨਗਾਰਾ ਬਣਾਇਆ ਸੀ, ਠੀਕ ਹੈ।
ਇੱਕ ਤੁਸੀਂ ਇੰਪੋਰਟੈਂਟ ਚੀਜ਼ ਹੋਰ ਯਾਦ ਰੱਖਣੀ ਹੈ ਇਹਨਾਂ ਬਾਰੇ ਕਿ ਇਹਨਾਂ ਨੇ ਕੀ ਲਿਖਿਆ ਸੀਗਾ, ਔਰੰਗਜ਼ੇਬ ਨੂੰ ਇੱਕ ਪੱਤਰ ਲਿਖਿਆ ਸੀ। ਠੀਕ ਹੈ, ਕੀ ਨਾਮ ਸੀ ਉਸ ਪੱਤਰ ਦਾ ਤੁਸੀਂ ਕਮੈਂਟ ਕਰਨਾ ਹੈ। ਇਹਨਾਂ ਨੇ ਔਰੰਗਜ਼ੇਬ ਨੂੰ ਜਿਹੜਾ ਪੱਤਰ ਲਿਖਿਆ ਸੀਗਾ ਉਹਦਾ ਨਾਮ ਕੀ ਸੀਗਾ, ਜਫਰਨਾਮਾ। ਠੀਕ ਹੈ, ਤਾਂ ਜਫਰਨਾਮਾ ਵੀ ਗੁਰੂ ਜੀ ਨੇ ਹੀ ਲਿਖਿਆ ਸੀਗਾ ਫਾਰਸੀ ਭਾਸ਼ਾ ਦੇ ਵਿੱਚ। ਤਾਂ 1666 ਦਾ ਜਨਮ ਹੋਇਆ ਸੀਗਾ ਤੇ 1699 ਨੂੰ ਵਿਸਾਖੀ ਵਾਲੇ ਦਿਨ, ਠੀਕ ਹੈ, ਕੀ ਸੀਗਾ, ਖਾਲਸਾ ਪੰਥ ਸਜਾਇਆ ਸੀਗਾ। ਠੀਕ ਹੈ, ਇਹ ਘਟਨਾ ਵੀ ਤੁਸੀਂ ਯਾਦ ਰੱਖਣੀ ਹੈ। ਉਸ ਟਾਈਮ ਤੇ ਕੀ ਸੀ, 5 ਪਿਆਰੇ ਗੁਰੂ ਜੀ ਨੇ ਚੁਣੇ ਸੀਗੇ। ਉਹਨਾਂ 5 ਪਿਆਰਿਆਂ ਦੇ ਨਾਮ ਪਤਾ ਹੁਣ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ ਤੇ ਭਾਈ ਹਿੰਮਤ ਸਿੰਘ। ਠੀਕ ਹੈ, ਤਾਂ ਸਿੱਖਾਂ ਨੇ ਆਪਦੇ ਨਾਮ ਨਾਲ ਕੀ ਟਾਈਟਲ ਲਗਾਉਣਾ ਸੀਗਾ, ਸਿੰਘ ਅਤੇ ਕੌਰ ਦਾ। ਠੀਕ ਹੈ, ਨਾਲ ਹੀ 5 ਕਕਾਰ ਸੀਗੇ। ਇਹ ਚੀਜ਼ ਤੁਹਾਨੂੰ ਪਤਾ ਚਾਹੀਦੀ, ਇਹ ਤਾਂ ਬੇਸਿਕ ਗੱਲ ਚਲੋ ਸਾਰਿਆਂ ਨੂੰ ਪਤਾ ਹੀ ਹੁੰਦੀ ਹੈ। ਠੀਕ ਹੈ, ਸੋ ਮੇਨ ਗੱਲ ਕਿ 5 ਪਿਆਰਿਆਂ ਦੇ ਨਾਮ ਯਾਦ ਰੱਖ ਲਿਆ ਜੀ, ਗੁਰੂ ਜੀ ਦੀਆਂ ਰਚਨਾਵਾਂ ਯਾਦ ਰੱਖ ਲਿਆ ਜੀ। ਠੀਕ ਹੈ, ਇਹ ਤੁਹਾਡੇ ਇੰਪੋਰਟੈਂਟ ਕੰਮ ਨੇ। ਉਸ ਤੋਂ ਬਾਅਦ ਗੁਰੂ ਜੀ ਦੇ ਸਪੁੱਤਰਾਂ ਦੇ ਨਾਮ ਤੁਹਾਨੂੰ ਮੈਂ ਦੱਸ ਹੀ ਚੁੱਕੀ ਹਾਂ ਕਿ ਅਜੀਤ ਸਿੰਘ, ਜੋਰਾਵਰ ਸਿੰਘ, ਫਤਿਹ ਸਿੰਘ ਤੇ ਜੁਝਾਰ ਸਿੰਘ। ਠੀਕ ਹੈ, ਤਾਂ ਆਪਣੀ ਹੁਣ ਜਿਹੜੀ ਇੱਕ ਇੰਪੋਰਟੈਂਟ ਚੀਜ਼ ਰਹਿ ਗਈ ਹੈ ਪੜ੍ਹਨ ਵਾਲੀ, ਉਹ ਕਿਹੜੀ ਰਹਿ ਗਈ ਆ ਕਿ ਜਿਹੜੀਆਂ ਗੁਰੂ ਜੀ ਦੀਆਂ ਇੰਪੋਰਟੈਂਟ ਲੜਾਈਆਂ ਨੇ। ਠੀਕ ਹੈ, ਚਾਹੇ ਉਹ ਮਤਲਬ ਪਹਾੜੀ ਰਾਜਿਆਂ ਨਾਲ ਹੋਣ, ਤੇ ਸਾਰੀਆਂ ਲੜਾਈਆਂ ਆਪਾਂ ਯਾਦ ਰੱਖਣੀਆਂ। ਠੀਕ ਹੈ, ਜਿਹੜੀਆਂ ਮੇਨ ਲੜਾਈਆਂ ਹੋਈਆਂ ਸੀਗੀਆਂ, ਤਾਂ ਕੁੱਲ 7 ਲੜਾਈਆਂ ਸੀਗੀਆਂ। ਇਹਨੂੰ ਆਪਾਂ ਅਗਲੇ ਲੈਕਚਰ ਦੇ ਵਿੱਚ ਕਵਰ ਕਰਾਂਗੇ। ਠੀਕ ਹੈ, ਤਾਂ ਇੱਕ ਚੀਜ਼ ਹੋਰ ਯਾਦ ਰੱਖਿਓ ਕਿ ਗੁਰੂ ਜੀ ਨੇ ਜਫਰਨਾਮਾ ਲਿਖਿਆ ਕਿੱਥੇ ਸੀ, ਕਿੱਥੋਂ ਲਿਖਿਆ ਸੀਗਾ, ਤਾਂ ਇਹ ਚੀਜ਼ ਤੁਸੀਂ ਯਾਦ ਰੱਖੋ। ਦੇਖੋ, ਇਹਨਾਂ ਨੇ ਜਿਹੜਾ ਜਫਰਨਾਮਾ ਸੀ ਉਹ ਲਿਖਿਆ ਸੀਗਾ ਦੀਨਾ ਨਾਮ ਦੀ ਜਗ੍ਹਾ ਤੋਂ। ਠੀਕ ਹੈ, ਦੀਨਾ ਨਾਮ ਦੀ ਜਗ੍ਹਾ ਤੋਂ, ਤੇ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਦੇ ਹੱਥ ਇਹ ਭੇਜਿਆ ਸੀਗਾ। ਠੀਕ ਹੈ, ਔਰੰਗਜ਼ੇਬ ਨੂੰ। ਇਸ ਤੋਂ ਬਾਅਦ ਜਿਹੜਾ ਇਹ ਆ ਲਿਖਿਆ ਗਿਆ ਸੀਗਾ ਕਿਹੜੇ ਸਮੇਂ ਦੇ ਵਿੱਚ, 1706 ਦੇ ਵਿੱਚ। ਤੇ ਗੁਰੂ ਜੀ ਜੋਤੀ ਜੋਤ ਕਦੋਂ ਸਮਾਏ ਸੀਗੇ, 1708 ਈਸਵੀ ਨੂੰ। ਜਗ੍ਹਾ ਕਿਹੜੀ ਸੀਗੀ, ਨਾਂਦੇੜ ਸਾਹਿਬ। ਠੀਕ ਹੈ, ਜਿਹਨੂੰ ਹਜੂਰ ਸਾਹਿਬ ਕਹਿੰਦੇ ਮਹਾਰਾਸ਼ਟਰ 'ਚ, ਉੱਥੇ ਗੁਰੂ ਜੀ ਜੋਤੀ ਜੋਤ ਸਮਾਈ ਸੀਗੇ। ਇੱਕ ਚੀਜ਼ ਇਹਨਾਂ ਨੇ ਹੋਰ ਕੀਤੀ ਸੀਗੀ ਕਿ ਇਹਨਾਂ ਨੇ ਭਾਈ ਮਾਧੋ ਦਾਸ ਬੈਰਾਗੀ, ਠੀਕ ਹੈ, ਜਿਹੜੇ ਬੈਰਾਗੀ ਸੀ ਉਸ ਟਾਈਮ ਤੇ, ਬਾਅਦ ਵਿੱਚ ਇਹ ਬੰਦਾ ਬਹਾਦਰ ਦੇ ਨਾਮ ਨਾਲ ਜਾਣੇ ਗਏ, ਇਹਨਾਂ ਨੂੰ ਅੱਗੇ ਸਿੱਖ ਧਰਮ ਦੀ ਵਾਂਗਡੋਰ ਸੌਂਪੀ ਸੀ। ਤੇ ਗੁਰੂ ਗ੍ਰੰਥ ਸਾਹਿਬ ਨੂੰ ਸਿੱਖਾਂ ਦੇ ਅਗਲੇ ਤੇ ਆਖਰੀ ਗੁਰੂ ਘੋਸ਼ਿਤ ਕੀਤਾ ਸੀ। ਮਤਲਬ ਉਸ ਤੋਂ ਬਾਅਦ ਮਨੁੱਖੀ ਸਰੀਰ ਦੇ ਵਿੱਚ ਕੋਈ ਵੀ ਗੁਰੂ ਨਹੀਂ ਹੋਊਗਾ। ਠੀਕ ਹੈ, ਇਹ ਚੀਜ਼ ਇਹਨਾਂ ਨੇ ਘੋਸ਼ਿਤ ਕੀਤੀ ਸੀ। ਤਾਂ ਇਹ ਆਪਾਂ ਗੁਰੂ ਜੀ ਬਾਰੇ ਸਿਰਫ ਬੇਸਿਕ ਪੁਆਇੰਟਸ ਪੜ੍ਹੇ ਨੇ। ਕੱਲ੍ਹ ਨੂੰ ਆਪਾਂ ਗੁਰੂ ਜੀ ਦੀਆਂ ਇੰਪੋਰਟੈਂਟ ਲੜਾਈਆਂ ਕਰਾਂਗੇ ਤੇ ਨਾਲ ਆਪਾਂ ਅੱਗੇ ਹੋਰ ਸਿੱਖ ਹਿਸਟਰੀ ਨੂੰ ਸ਼ੁਰੂ ਕਰਾਂਗੇ। ਠੀਕ ਹੈ, ਗੁਰੂ ਜੀ ਦੀਆਂ ਇੰਪੋਰਟੈਂਟ ਲੜਾਈਆਂ ਤੇ ਬੰਦਾ ਸਿੰਘ ਬਹਾਦਰ। ਠੀਕ ਹੈ, ਇਹ 2 ਚੀਜ਼ਾਂ ਆਪਾਂ ਕੱਲ੍ਹ ਨੂੰ ਕਵਰ ਅਪ ਕਰਾਂਗੇ। ਨਾਲ ਹੀ ਹੋ ਸਕੇ ਤਾਂ ਆਪਾਂ ਮਹਾਰਾਜਾ ਰਣਜੀਤ ਸਿੰਘ ਬਾਰੇ ਵੀ ਪੜ੍ਹ ਲਾਂਗੇ ਬੇਸਿਕ। ਤਾਂ ਇਹ ਆਪਣਾ ਲੈਕਚਰ ਦਾ ਆਖਰੀ ਪੁਆਇੰਟ ਸੀ। ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸਣਾ ਚਾਹੂੰਗੀ ਕਿ ਸਾਡੀ ਐਪ ਦੇ ਉੱਪਰ ਡਿਸਕਾਊਂਟ ਚੱਲ ਰਿਹਾ ਹੈ। ਠੀਕ ਹੈ, ਜਿਹੜੀ ਵੀ ਕਲਰਕ ਦੇ ਐਗਜ਼ਾਮ ਦੀ ਟੈਸਟ ਸੀਰੀਜ਼ ਹੈ ਨਾ, ਉਹਦੇ ਉੱਪਰ ਡਿਸਕਾਊਂਟ ਚੱਲ ਰਿਹਾ ਹੈ। ਸੋ ਤੁਸੀਂ ਐਪ ਡਾਊਨਲੋਡ ਕਰਕੇ ਟੈਸਟ ਸੀਰੀਜ਼ ਬਾਈ ਕਰ ਲਓ। ਐਪ ਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਹੈ। ਥੈਂਕਸ ਫॉर ਵਾਚਿੰਗ ਦਿਸ ਲੈਕਚਰ। ਹੈਪੀ ਲਰਨਿੰਗ।